ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਪਰਮ ਸਨਮਾਨਯੋਗ ਗੁਰੂ ਪਿਆਰੇ ਸਤਸੰਗੀਓ, ਅੱਜ ਦੀ ਇਸ ਗੁਰਮਤਿ ਕਲਾਸ ਵਿੱਚ ਆਪ ਸਾਰਿਆਂ ਨੂੰ ਜੀ ਆਇਆਂ। ਵਾਹਿਗੁਰੂ ਦੀ ਅਪਾਰ ਬਖਸ਼ਿਸ਼ ਨਾਲ ਕਰਤੇ ਦੀਆਂ ਕਥ ਕਥਾ ਕਹਾਣੀਆਂ ਕੁਝ ਵਿਚਾਰਨ ਲਈ, ਸੁਣਨ ਲਈ ਇਕੱਠੇ ਹੁੰਦੇ ਹਾਂ। ਰੱਬੀ ਬਾਣੀ, ਰੱਬੀ ਬੋਲ ਰਾਮਕਲੀ ਰਾਗ ਦੇ ਵਿੱਚ ਗੁਰੂ ਅਮਰਦਾਸ ਮਹਾਰਾਜ ਜੀ ਨੇ ਜੋ ਉਚਾਰਨ ਕੀਤੇ, ਜਿਹਦਾ ਸਿਰਲੇਖ ਆਨੰਦ ਹੈ, ਜਿਸ ਦੀਆਂ 40 ਪੌੜੀਆਂ ਹਨ, ਜਿਹਦੀ ਵਿਚਾਰ ਅਸੀਂ ਬੜੀ ਵਾਰ ਕਰ ਚੁੱਕੇ ਹਾਂ। ਕੱਲ ਤੋਂ ਅਸੀਂ ਇਸ ਬਾਣੀ ਦੀ ਸਾਰ ਸਮਰੀ ਸ਼ੁਰੂ ਕੀਤੀ ਹੈ। 4 ਪੌੜੀਆਂ ਤੱਕ ਅਸੀਂ ਇਸ ਬਾਣੀ ਦੀ ਵਿਚਾਰ ਸਮਰੀ ਕਰ ਚੁੱਕੇ ਹਾਂ। 5ਵੀਂ ਪੌੜੀ ਤੋਂ ਅੱਜ ਦੀ ਸਮਰੀ ਜਿਹੜੀ ਹੈ, ਸਾਰ ਹੈ, ਉਹ ਆਰੰਭ ਹੋਵੇਗਾ। ਇਹ ਸੇਵਾ ਵੀਰ ਪ੍ਰਭ ਕੀਰਤਨ ਸਿੰਘ ਜੀ ਬਹਾਲੀ ਵਾਲੇ ਕਰ ਰਹੇ ਹਨ। ਮੈਂ ਉਹਨਾਂ ਨੂੰ ਬੇਨਤੀ ਕਰਦਾ ਹਾਂ ਕਿ ਅੱਜ ਦੇ ਇਸ ਆਨੰਦ ਸਾਹਿਬ ਜੀ ਦੀ ਬਾਣੀ ਦੀਆਂ ਜੋ 5ਵੀਂ ਪੌੜੀ ਤੋਂ ਅਗਲੀ ਵਿਚਾਰ ਹੈ, ਸਾਰ ਹੈ, ਸਮਰੀ ਹੈ, ਉਹ ਆਰੰਭ ਕਰਨ ਵੀਰ ਪ੍ਰਭ ਕੀਰਤਨ ਸਿੰਘ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਵਾਹਿਗੁਰੂ ਜੀ ਇੱਕ ਓੰਕਾਰ ਸਤਨਾਮ ਕਰਤਾ ਪੁਰਖ ਨਿਰਭਉ ਨਿਰਵੈਰ ਅਕਾਲ ਮੂਰਤ ਅਜੂਨੀ ਸੈਭੰ ਗੁਰ ਪ੍ਰਸਾਦਿ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਗੁਰੂ ਪਿਆਰਿਓ, ਕੱਲ ਆਪਾਂ 4 ਪੌੜੀਆਂ ਤੱਕ ਦਾ ਸਾਰ ਸੰਖੇਪ ਵਿਚਾਰ ਆਪਾਂ ਕੀਤੀ ਸੀ। ਅੱਜ 5ਵੀਂ ਪੌੜੀ ਦੀ ਵਿਚਾਰ ਆਪਾਂ ਸ਼ੁਰੂ ਕਰ ਰਹੇ ਹਾਂ। ਆਓ ਸਭ ਤੋਂ ਪਹਿਲਾਂ ਇੱਕ ਵਾਰੀ ਇਸ ਪੌੜੀ ਦਾ ਪਾਠ ਕਰ ਲਈਏ ਜੀ। ਵਾਜੇ ਪੰਜ ਸ਼ਬਦ ਤਿਤ ਘਰ ਸੁਭਾਗੈ, ਘਰ ਸੁਭਾਗੈ ਸ਼ਬਦ ਵਾਜੇ, ਕਲਾ ਜਿਤ ਕਰ ਧਾਰੀਆ, ਪੰਚ ਦੂਤ ਤੁਧ ਵਸ ਕੀਤੇ, ਕਾਲ ਕੰਟਕ ਮਾਰਿਆ, ਤੁਰ ਕਰਮ ਪਾਇਆ, ਤੁਧ ਜਿਨ ਕਉ ਸੇ ਨਾਮ ਹਰ ਕੈ ਲਾਗੇ, ਕਹੈ ਨਾਨਕ ਤੈ ਸੁਖ ਹੋਆ, ਤਿਤ ਘਰ ਅਨਹਦ ਵਾਚੇ। ਕੱਲ ਦੀ ਪੌੜੀ ਦੇ ਵਿੱਚ ਆਪਾਂ ਵਿਚਾਰ ਕੀਤੀ ਸੀ, ਸਤਿਗੁਰੂ ਜੀ ਨੇ ਸਾਨੂੰ ਨਾਮ ਨੂੰ ਹੀ ਆਪਣੇ ਜੀਵਨ ਦਾ ਆਧਾਰ ਬਣਾਉਣ ਦੀ ਸਿੱਖਿਆ ਦਿੱਤੀ ਸੀ। ਕਹਿਣ ਤੋਂ ਭਾਵ ਹੈ ਕਿ ਸਾਡੇ ਜੀਵਨ ਦਾ ਕੇਂਦਰ ਬਿੰਦੂ, ਅਸੀਂ ਜੋ ਕੁਝ ਵੀ ਜੀਵਨ ਦੇ ਵਿੱਚ ਕਰਨਾ ਹੈ, ਉਹ ਨਾਮ ਨੂੰ, ਆਪਣੀ ਨਾਮ ਨਾਲ ਭਾਵ ਪ੍ਰਭੂ ਜੀ ਦੇ ਨਾਲ ਆਪਣੀ ਰਿਲੇਸ਼ਨਸ਼ਿਪ ਨੂੰ ਸਾਹਮਣੇ ਰੱਖ ਕੇ ਕੀਤਾ ਜਾਵੇ। ਹੁਣ ਸਤਿਗੁਰੂ ਜੀ ਜਦੋਂ ਅਸੀਂ ਇਹ ਰਿਲੇਸ਼ਨਸ਼ਿਪ ਐਸਟੈਬਲਿਸ਼ ਕਰ ਲੈਂਦੇ ਹਾਂ, ਇਹ ਆਧਾਰ ਬਣ ਜਾਂਦਾ ਹੈ, ਨਾਮ ਹੀ ਆਧਾਰ ਬਣ ਜਾਂਦਾ ਹੈ ਸਾਡੇ ਜੀਵਨ ਦਾ। ਤੇ ਸਤਿਗੁਰੂ ਜੀ ਨੇ ਸਾਨੂੰ ਦੱਸਿਆ ਸੀ ਕਿ ਸਾਡੇ ਮਨ ਦੀ ਅਵਸਥਾ ਕੀ ਬਣ ਜਾਂਦੀ। ਉਹਦੇ ਵਿੱਚ ਸਤਿਗੁਰੂ ਜੀ ਨੇ ਕਿਹਾ ਸੀ ਕਿ ਗੁਰੂ ਦੀ ਸ਼ਰਨ ਦੇ ਵਿੱਚ ਜਾ ਕੇ ਜਿਸ ਨੇ ਇਹ ਅਵਸਥਾ ਪ੍ਰਗਟ ਕੀਤੀ, ਕਰ ਸ਼ਾਂਤ ਸੁਖ ਮਨ ਆਏ ਵਸਿਆ, ਜਿਨ ਇੱਛਾ ਸਭ ਪੁਜਾਈਆਂ, ਤਾਂ ਉਸ ਗੁਰੂ ਅੱਗੇ ਕੁਰਬਾਨ ਜਾਣ ਤੋਂ ਭਾਵ ਇਹ ਹੈ ਕਿ ਉਹਦੇ ਉਪਦੇਸ਼ ਦੇ ਉੱਤੇ ਚੱਲਣ ਦੀ ਸਿੱਖਿਆ ਸਤਿਗੁਰੂ ਜੀ ਨੇ ਦਿੱਤੀ ਸੀ। ਸਤਿਗੁਰੂ ਜੀ ਇਸ ਪੌੜੀ ਦੇ ਵਿੱਚ ਆਨੰਦ ਦੀ ਅਵਸਥਾ ਦਾ ਵਰਣਨ ਵੀ ਕਰ ਰਹੇ ਹਨ, ਲੇਕਿਨ ਗੱਲ ਜਿਹੜੇ 2 ਸ਼ਬਦ ਇਹਦੇ ਵਿੱਚ ਆਏ ਹਨ, ਜਿਹੜੇ ਆਮ ਤੌਰ ਤੇ ਸਾਡੇ ਵਿਚਾਰ ਦੇ ਕੇਂਦਰ ਬਣ ਜਾਂਦੇ ਹਨ ਬਾਕੀ ਸਾਰੀ ਗੱਲਾਂ ਨੂੰ ਛੱਡ ਕੇ। ਉਹ ਪਹਿਲੀ ਪੰਕਤੀ ਦੇ ਵਿੱਚ ਹੈ ਵਾਜੇ ਪੰਜ ਸ਼ਬਦ, ਤੇ ਅੰਤਲੀ ਪੰਕਤੀ ਦੇ ਵਿੱਚ ਹੈ ਤਿਤ ਘਰ ਅਨਹਦ ਵਾਜੇ।
ਇਹ ਸ਼ਬਦ ਅਸਲ ਦੇ ਵਿੱਚ ਸਤਿਗੁਰੂ ਜੀ ਨੇ ਮੁਹਾਵਰੇ ਵਜੋਂ ਵਰਤੇ ਹਨ। ਉਹ ਅਵਸਥਾ ਦੇ ਬਾਰੇ ਜੋ ਇਸ ਬਾਣੀ ਦਾ ਟੌਪਿਕ ਹੈ, ਭਾਵ ਆਨੰਦ ਜੋ ਹੈ, ਉਹਦਾ ਜ਼ਿਕਰ ਕਰਨ ਲਈ ਸਤਿਗੁਰੂ ਜੀ ਨੇ ਕੀਤੇ ਹਨ, ਕਿਉਂਕਿ ਇਹਨਾਂ ਚੀਜ਼ਾਂ ਨੂੰ ਇੱਕ ਬੜੀ ਉੱਚੀ ਆਤਮਿਕ ਅਵਸਥਾ ਦੇ ਨਾਲ ਸੰਬੰਧਿਤ ਕੀਤਾ ਜਾਂਦਾ। ਪਰ ਸਤਿਗੁਰੂ ਜੀ ਨੇ ਇਹਦੇ ਜਿਹੜੀ ਉਹ ਅਵਸਥਾ ਆਨੰਦ ਦੀ ਹੈ, ਜਿਹਨੂੰ ਵਾਜੇ ਪੰਜ ਸ਼ਬਦ ਨਾਲ ਤੇ ਅਨਹਦ ਵਾਜੇ ਦੇ ਸ਼ਬਦਾਂ ਦੇ ਨਾਲ ਸਤਿਗੁਰੂ ਜੀ ਨੇ ਬਿਆਨ ਕੀਤਾ ਹੈ, ਉਹਦੇ ਸਤਿਗੁਰੂ ਜੀ ਨੇ ਵਰਣਨ ਵੀ ਕੀਤਾ ਹੈ ਕਿ ਉਹ ਆਨੰਦ ਦੀ ਅਵਸਥਾ ਕੈਸੀ ਹੈ। ਉਹਦੇ ਸਤਿਗੁਰੂ ਜੀ ਨੇ ਕੁਝ ਸ਼ਬਦਾਂ ਦਾ ਵਰਣਨ ਕੀਤਾ ਹੈ। ਪੰਜ ਦੂਤ ਤੁਧ ਵਸ ਕੀਤੇ, ਕਿ ਤੇਰੀ ਕਿਰਪਾ ਦੇ ਨਾਲ ਤੂੰ ਆਪ ਸਹਾਈ ਹੋ ਕੇ ਜਿਹੜੇ ਪੰਜ ਦੂਤ ਹਨ ਉਹਨਾਂ ਨੂੰ ਵਸ ਦੇ ਵਿੱਚ ਕਰ ਦਿੱਤਾ ਹੈ। ਕਾਲ ਕੰਟਕ ਮਾਰਿਆ, ਭਾਵ ਜਿਹੜਾ ਡਰ ਹੈ ਕਾਲ ਦਾ, ਸਿਰ ਦੇ ਉੱਤੇ ਡੰਡਾ ਹਰ ਵੇਲੇ ਪਿਆ ਰਹਿੰਦਾ ਹੈ, ਕਿ ਜੋ ਕਾਲ ਤੋਂ ਸਾਨੂੰ ਡਰ ਲੱਗਦਾ ਹੈ। ਫਿਰ ਅੱਗੇ ਸਤਿਗੁਰੂ ਜੀ ਨੇ ਗੱਲ ਕੀਤੀ ਹੈ ਧੁਰ ਕਰਮ ਪਾਇਆ। ਇੱਥੇ ਉਹਦੀ ਮਿਹਰ ਦੀ ਕਿਰਪਾ ਦੀ ਗੱਲ ਹੈ, ਨਾਮ ਹਰ ਕੈ ਲਾਗੇ, ਨਾਮ ਨਾਲ ਜੁੜਨ ਦੀ ਗੱਲ ਹੈ। ਤੇ ਫਿਰ ਸਤਿਗੁਰੂ ਜੀ ਨੇ ਕਿਹਾ ਹੈ ਕਿ ਤੈ ਸੁਖ ਹੋਆ। ਇਹ ਸਾਰਾ ਵਰਣਨ ਹੈ ਆਨੰਦ ਦੀ ਅਵਸਥਾ ਦਾ। ਭਾਵ ਇਹ ਉਹ ਅਵਸਥਾ ਹੈ ਜਿਹਦੇ ਵਿੱਚ ਪੰਜ ਦੂਤ ਜਿਹੜੇ ਨੇ ਉਹ ਵਸ ਦੇ ਵਿੱਚ ਆ ਜਾਂਦੇ ਹਨ। ਕਾਲ ਦਾ ਜਿਹੜਾ ਡੰਡਾ ਹਰ ਵੇਲੇ ਸਿਰ ਤੇ ਵੱਜਦਾ ਹੈ, ਜਿਹੜਾ ਮਤਲਬ ਡਰਾਉਣਾ ਹੈ ਸਾਡੇ ਵਾਸਤੇ ਕਾਲ, ਉਹ ਡਰ ਖਤਮ ਹੋ ਗਿਆ। ਉਹਦੀ ਕਿਰਪਾ ਹੋ ਗਈ ਤੇ ਨਾਮ ਦੇ ਨਾਲ ਅਸੀਂ ਜੁੜ ਗਏ ਤੇ ਤੈ ਸੁਖ ਹੋਆ, ਸੁਖ ਦੀ ਅਵਸਥਾ। ਹੁਣ ਇਹ ਲੱਛਣ ਹਨ ਆਨੰਦ ਦੀ ਅਵਸਥਾ ਦੇ, ਪਰ ਅਸੀਂ ਇਹਨਾਂ ਵੱਲ ਧਿਆਨ ਨਹੀਂ ਦਿੰਦੇ, ਉਲਝ ਜਾਂਦੇ ਹਾਂ ਵਾਜੇ ਪੰਜ ਸ਼ਬਦ ਦੇ ਵਿੱਚ ਤੇ ਅਨਹਦ ਵਾਜੇ ਦੇ ਵਿੱਚ, ਕਿਉਂਕਿ ਇਹ ਅਸਲ ਦੇ ਵਿੱਚ ਆਨੰਦ ਦੀ ਅਵਸਥਾ ਨੂੰ ਡਿਸਕ੍ਰਾਈਬ ਕਰਨ ਦਾ ਇੱਕ ਢੰਗ ਸਤਿਗੁਰੂ ਜੀ ਨੇ ਵਰਤਿਆ ਹੈ। ਸ਼ਾਇਦ ਸਤਿਗੁਰੂ ਜੀ ਕਿਰਪਾ ਕਰਕੇ ਸਾਡੇ ਉੱਤੇ ਇਹ ਸ਼ਬਦ ਉਹਨਾਂ ਨੇ ਇਸ ਕਰਕੇ ਵਰਤੇ ਹਨ ਕਿ ਬਈ ਇਹ ਅਸੀਂ ਉਹਨਾਂ ਚੀਜ਼ਾਂ ਤੋਂ ਸਾਡਾ ਛੁਟਕਾਰਾ ਹੋ ਜਾਏ ਜਦੋਂ ਅਸੀਂ ਇਸ ਪੌੜੀ ਦੀ ਵਿਚਾਰ ਕਰੀਏ, ਜਿਨ੍ਹਾਂ ਦੇ ਵਿੱਚ ਸਾਨੂੰ ਦੂਜੇ ਮਤਾਂ ਵਾਲਿਆਂ ਨੇ, ਧਰਮਾਂ ਵਾਲਿਆਂ ਨੇ ਉਲਝਾਇਆ ਹੋਇਆ ਹੈ ਕਿ ਪਤਾ ਨਹੀਂ ਇਹ ਕੀ ਚੀਜ਼ਾਂ ਹਨ, ਪੰਜ ਸ਼ਬਦ ਕੀ ਹੈ, ਅਨਹਦ ਵਾਜੇ ਕੀ ਹਨ। ਪਰ ਹੋਇਆ ਇਸ ਦੇ ਉਲਟ, ਸਾਡੇ ਅਗਿਆਨਤਾ ਦੇ ਵਿੱਚ ਅਸੀਂ ਇਹਨਾਂ ਦੇ ਵਿੱਚ ਹੀ ਉਲਝ ਕੇ ਰਹਿ ਗਏ। ਜੇ ਅਸੀਂ ਬਾਕੀ ਚੀਜ਼ਾਂ ਵੱਲ ਧਿਆਨ ਕਰੀਏ ਤੇ ਇਹ ਆਨੰਦ ਦੀ ਅਵਸਥਾ ਹੈ। ਭਾਵ ਆਨੰਦ ਦੀ ਅਵਸਥਾ ਉਹ ਹੈ ਜਦੋਂ ਇਹ ਪੰਜੇ ਵਿਕਾਰ ਸਾਡੇ ਕਾਬੂ ਦੇ ਵਿੱਚ ਹਨ, ਮੌਤ ਦਾ ਡਰ ਮਿਟ ਗਿਆ ਹੈ, ਪਰ ਇਹ ਹੁੰਦਾ ਉਸ ਦੀ ਕਿਰਪਾ ਦੇ ਨਾਲ। ਇੱਥੇ ਵੀ ਸਤਿਗੁਰੂ ਜੀ ਉਹੀ ਕਹਿ ਰਹੇ ਹਨ ਧੁਰ ਕਰਮ ਪਾਇਆ, ਤੇ ਇਹ ਅਵਸਥਾ ਪ੍ਰਾਪਤ ਵੀ ਨਾਮ ਦੇ ਨਾਲ ਹੀ ਹੁੰਦੀ ਹੈ। ਹੁਣ ਇਹ ਸਾਰੇ ਜੋ ਸਤਿਗੁਰੂ ਜੀ ਨੇ ਸਾਡੇ ਸਾਹਮਣੇ ਡਿਸਕ੍ਰਿਪਸ਼ਨ ਦਿੱਤੀ ਹੈ, ਜਿਹੜੇ ਮਤ ਭਾਵ ਯੋਗ ਮਤ ਦੇ ਵਿੱਚ ਪੰਜ ਸ਼ਬਦ ਤੇ ਅਨਹਦ ਵਾਜੇ ਇਹੋ ਜਿਹੀਆਂ ਚੀਜ਼ਾਂ ਦਾ ਜ਼ਿਕਰ ਆਉਂਦਾ ਹੈ, ਉਹਨਾਂ ਵਿੱਚੋਂ ਇਹ ਕਿਸੇ ਵੀ ਚੀਜ਼ ਦਾ ਜ਼ਿਕਰ ਇਹ ਉਹਨਾਂ ਦੇ ਜੋ ਸਿਧਾਂਤ ਹਨ ਉਹਨਾਂ ਦੇ ਵਿੱਚ ਨਹੀਂ ਹੈ। ਉਦਾਹਰਨ ਦੇ ਤੌਰ ਦੇ ਉੱਤੇ ਉਹ ਨਾਮ ਤਾਂ ਕੀ, ਉਹ ਤਾਂ ਪ੍ਰਭੂ ਦੇ ਨਾਲ ਜੁੜਨ ਦੀ ਵੀ ਗੱਲ ਕਦੀ ਨਹੀਂ ਕਰਦੇ। ਉਹ ਤੇ ਆਪਣੇ ਅੰਦਰ ਵੜ ਕੇ ਆਪਣੀ ਆਤਮਾ, ਜਿਹਨੂੰ ਉਹ ਪੁਰਸ਼ ਕਹਿੰਦੇ ਹਨ, ਤੇ ਇਹ ਜੋ ਕੁਦਰਤ ਪ੍ਰਭੂ ਦੀ ਰਚਨਾ ਹੈ ਜਿਹਨੂੰ ਉਹ ਪ੍ਰਕਿਰਤੀ ਕਹਿੰਦੇ ਹਨ, ਇਹਨਾਂ ਦੋਵਾਂ ਨੂੰ ਨਿਖੇੜ ਕੇ ਜੋ ਕੈਵਲਯ ਅਵਸਥਾ ਹੈ ਉੱਥੇ ਤੱਕ ਲੈ ਕੇ ਜਾਣ ਦੀ ਗੱਲ ਕਰਦੇ ਹਨ। ਨਾਮ ਦੇ ਨਾਲ ਲੱਗਣ ਦੀ ਗੱਲ ਨਹੀਂ ਕਰਦੇ। ਨਾ ਹੀ ਉਹ ਅਕਾਲ ਪੁਰਖ ਦੀ ਕਿਰਪਾ ਦੀ ਗੱਲ ਕਰਦੇ ਹਨ, ਕਿਉਂਕਿ ਜਦੋਂ ਯੋਗ ਮਤ ਦੇ ਸਿਧਾਂਤਾਂ ਨੂੰ, ਉਹਨਾਂ ਦੇ ਜੋ ਜੁਗਤ ਹੈ ਉਹਨੂੰ ਸਟੱਡੀ ਕਰੀਏ ਤੇ ਉਹਦੇ ਵਿੱਚ ਕਿਸੇ ਥਾਂ ਦੇ ਉੱਤੇ ਪ੍ਰਭੂ ਦੇ ਨਾਲ ਜੁੜ ਕੇ ਇਹਨਾਂ ਚੀਜ਼ਾਂ ਨੂੰ ਪ੍ਰਾਪਤ ਕਰਨ ਦਾ ਜ਼ਿਕਰ ਨਹੀਂ ਹੈ। ਬਲਕਿ ਬਹੁਤ ਸਾਰੇ ਵਿਦਵਾਨ ਤਾਂ ਇਸ ਬਹਿਸ ਦੇ ਵਿੱਚ ਪੈ ਜਾਂਦੇ ਹਨ, ਉਹਨਾਂ ਨੇ ਤਾਂ ਇਸ ਉੱਤੇ ਵੱਡੇ ਲੇਖ, ਵੱਡੇ ਚੈਪਟਰ ਲਿਖੇ ਹਨ ਕਿ ਕੀ ਯੋਗ ਮਤ ਸਹੀ ਅਰਥਾਂ ਦੇ ਵਿੱਚ ਅਕਾਲ ਪੁਰਖ ਵਾਹਿਗੁਰੂ ਦੇ ਵਿੱਚ ਯਕੀਨ ਰੱਖਦਾ ਵੀ ਹੈ ਜਾਂ ਨਹੀਂ। ਕਿਉਂਕਿ ਜਿਸ ਮਤ ਦੀ ਫਿਲਾਸਫੀ ਉਸਨੇ ਲਈ ਹੈ, ਸਾਖ ਮਤ ਦੀ, ਉਹਦੇ ਵਿੱਚ ਤਾਂ ਵਾਹਿਗੁਰੂ ਦਾ, ਈਸ਼ਵਰ ਦਾ, ਰਾਮ ਦਾ, ਪ੍ਰਭੂ ਦਾ ਜ਼ਿਕਰ ਤੱਕ ਨਹੀਂ ਹੈ। ਤੋ ਇਸ ਕਰਕੇ ਅਸੀਂ ਜੇ ਇਹਨਾਂ ਗੱਲਾਂ ਨੂੰ ਧਿਆਨ ਦੇ ਵਿੱਚ ਰੱਖੀਏ ਤੇ ਇਹ ਉਹਨਾਂ ਮਤਾਂ ਦੇ ਸਿਧਾਂਤਾਂ ਨੂੰ ਗੁਰਮਤ ਸਿਧਾਂਤਾਂ ਦੇ ਵਿੱਚ ਬਦਲਣ ਦੀ ਕੋਸ਼ਿਸ਼ ਜਿਹੜੀ ਸਾਡੇ ਹੋ ਜਾਂਦੀ ਹੈ, ਪੰਜ ਸ਼ਬਦ ਦੀ ਵਿਆਖਿਆ ਕਰਨ ਦੇ ਵਿੱਚ ਜਾਂ ਅਨਹਦ ਵਾਜੇ ਦੀ ਵਿਆਖਿਆ ਕਰਨ ਦੇ ਵਿੱਚ,
ਉਹ ਅਸਲ ਦੇ ਵਿੱਚ ਇਹ ਸਿਰਫ ਇੱਕ ਮੁਹਾਵਰੇ ਵਜੋਂ ਸਤਿਗੁਰੂ ਜੀ ਨੇ ਸਾਡਾ ਸ਼ਾਇਦ ਸਾਨੂੰ ਇਹ ਸੇਧ ਦੇਣ ਵਾਸਤੇ ਹੀ ਦਿੱਤਾ ਹੋਵੇ ਕਿ ਦੇਖੋ ਇਹ ਆਨੰਦ ਹੈ ਤੇ ਇਹਦਾ ਉਸ ਮਤ ਦੇ ਸਿਧਾਂਤਾਂ ਦੇ ਨਾਲ ਕੋਈ ਸੰਬੰਧ ਨਹੀਂ। ਤੋ ਇਸ ਤਰ੍ਹਾਂ ਨਾਲ ਮੇਰੀ ਸਮਝ ਤਾਂ ਇਹ ਕਹਿੰਦੀ ਹੈ ਕਿ ਸ਼ਾਇਦ ਇਸ ਪੌੜੀ ਦੇ ਵਿੱਚ ਸਤਿਗੁਰੂ ਜੀ ਨੇ ਇਹਨਾਂ ਦੋਵਾਂ ਦੀ ਨਿਖੇਧੀ ਹੀ ਕਰ ਦਿੱਤੀ ਹੈ, ਕਿਉਂਕਿ ਜਦੋਂ ਸਤਿਗੁਰੂ ਜੀ ਆਨੰਦ ਦੀ ਵਿਆਖਿਆ ਕਰ ਰਹੇ ਹਨ ਤੇ ਇਹਨਾਂ ਦੋਵਾਂ ਚੀਜ਼ਾਂ ਦਾ ਉਹਦੇ 'ਚ ਕੋਈ ਜ਼ਿਕਰ ਨਹੀਂ ਹੈ। ਉੱਥੇ ਮਨ ਨੂੰ ਕਾਬੂ ਕਰਨ ਦੀ, ਪੰਚ ਦੂਤ ਵਸ ਕਰਨ ਦੀ ਗੱਲ ਹੈ, ਉਹਦੀ ਕਿਰਪਾ ਦੀ ਗੱਲ ਹੈ, ਨਾਮ ਨਾਲ ਲੱਗੇ ਹੋਣ ਦੀ ਗੱਲ ਹੈ, ਨਾਮ ਦੇ ਵਿੱਚ ਮਗਨ ਹੋਣ ਦੀ ਗੱਲ ਹੈ, ਹਰ ਵਕਤ ਨਾਮ ਦੇ ਨਾਲ ਹੀ ਮਗਨ ਹੋਣ ਦੀ ਗੱਲ ਹੈ। ਤੋ ਇਹ ਉਹੀ ਸਿਧਾਂਤ ਹਨ ਜਿਹੜੇ ਗੁਰਮਤਿ ਦੇ ਸਿਧਾਂਤ ਹਨ। ਤੋ ਇਸ ਪੌੜੀ ਦੇ ਵਿੱਚ ਸਤਿਗੁਰੂ ਜੀ ਨੇ ਸਾਨੂੰ ਜੋ ਸਿੱਖਿਆ ਦਿੱਤੀ ਹੈ ਉਹ ਇਹ ਹੈ ਕਿ ਭਾਈ ਅਕਾਲ ਪੁਰਖ ਦੇ ਦਰ ਦੇ ਉੱਤੋਂ ਆਨੰਦ ਦੀ ਜਾਚਨਾ ਉਹਦੀ ਕਿਰਪਾ ਦੇ ਨਾਲ ਹੀ ਪ੍ਰਾਪਤ ਹੋ ਸਕਦੀ ਹੈ, ਕਿਉਂਕਿ ਆਨੰਦ ਤਾਂ ਹੈ ਤਾਂ ਅਸਲ ਦੇ ਵਿੱਚ ਪ੍ਰਭੂ ਮਿਲਾਪ ਹੀ, ਹੋਰ ਕੁਝ ਵੀ ਨਹੀਂ ਹੈ। ਤੇ ਜਦੋਂ ਪ੍ਰਭੂ ਮਿਲਾਪ ਹੋ ਗਿਆ ਤਾਂ ਪੰਜ ਦੂਤ ਤੇ ਕਾਲ ਦਾ ਜਿਹੜਾ ਡਰ ਹੈ, ਡੰਡਾ ਹੈ, ਉਹ ਆਪਣੇ ਆਪ ਹੀ ਖਤਮ ਹੋ ਜਾਂਦਾ। ਜਦੋਂ ਬੰਦਾ ਨਾਮ ਦੇ ਨਾਲ ਜੁੜ ਗਿਆ, ਨਾਮ ਤੋਂ ਭਾਵ ਅਕਾਲ ਪੁਰਖ ਹੀ ਹੈ, ਇਹਦੇ 'ਚ ਕੋਈ ਫਰਕ ਨਹੀਂ ਹੈ, ਕਿਉਂਕਿ ਅਸੀਂ ਅਕਾਲ ਪੁਰਖ ਦੇ ਦੋ ਰੂਪ ਗਿਣਦੇ ਹਾਂ। ਇੱਕ ਤਾਂ ਉਹ ਰੂਪ ਹੈ ਜਿਸ ਦਾ ਜ਼ਿਕਰ ਜਦੋਂ ਅਸੀਂ ਕਹਿੰਦੇ ਹਾਂ ਕਿ ਸਭ ਕੇ ਛਾਪੇ ਆਪ, ਜਦੋਂ ਅਰਬਦ ਨਰਬਦ ਧੰਦੂਕਾਰਾਂ ਦੇ ਵਿੱਚ ਅਸੀਂ ਬਿਆਨ ਕਰਦੇ ਹਾਂ। ਤੇ ਦੂਜਾ ਅਕਾਲ ਪੁਰਖ ਦਾ ਸਰੂਪ ਅਸੀਂ ਉਹ ਗੱਲ ਕਰਦੇ ਹਾਂ ਜਿਹਦੇ ਵਿੱਚ ਅਕਾਲ ਪੁਰਖ ਇਸ ਸ੍ਰਿਸ਼ਟੀ ਦੇ ਵਿੱਚ ਸਰਬ ਵਿਆਪਕ ਹੈ। ਤੋ ਵਿਦਵਾਨ ਇਸ ਮੱਤਦੇ ਹਨ ਕਿ ਨਾਮ ਦਾ ਅਰਥ ਪ੍ਰਭੂ ਹੀ ਹੈ, ਲੇਕਿਨ ਪ੍ਰਭੂ ਦਾ ਉਹ ਸਰਬ ਵਿਆਪਕ ਸਰੂਪ ਹੈ। ਇਸੇ ਕਰਕੇ ਹੀ ਗੁਰਬਾਣੀ ਦੇ ਵਿੱਚ ਆਂਦਾ ਹੈ ਕਿ ਨਾਮ ਕੇ ਧਾਰੇ ਖੰਡ ਬ੍ਰਹਿਮੰਡ। ਤੋ ਉਹ ਨਾਮ ਦੀ ਓਟ ਦੇ ਨਾਲ ਹੀ ਇਹ ਜਗਤ ਐਗਜ਼ਿਸਟ ਕਰ ਰਿਹਾ ਹੈ, ਕਿਉਂਕਿ ਨਾਮ ਦੇ ਰੂਪ ਦੇ ਵਿੱਚ ਪ੍ਰਭੂ ਇਸ ਜਗਤ ਦੇ ਵਿੱਚ ਵਸ ਰਿਹਾ ਹੈ। ਤੋ ਸਤਿਗੁਰੂ ਜੀ ਇਸ ਪੌੜੀ ਦੇ ਵਿੱਚ ਜੋ ਸਾਨੂੰ ਸਿੱਖਿਆ ਦੇ ਰਹੇ ਹਨ ਉਹ ਇਹ ਹੈ ਕਿ ਆਨੰਦ ਦੀ ਅਵਸਥਾ ਇਹ ਉਸ ਦੀ ਕਿਰਪਾ ਦੇ ਨਾਲ ਪ੍ਰਾਪਤ ਹੋਣੀ ਹੈ, ਨਾਮ ਦੇ ਨਾਲ ਜੁੜਨ ਦੇ ਨਾਲ ਪ੍ਰਾਪਤ ਹੋਣੀ ਹੈ, ਤੇ ਫਿਰ ਅਵਸਥਾ ਜਿਹੜੀ ਹੈ ਉਹ ਆਨੰਦ ਦੀ ਬਣ ਜਾਣੀ ਹੈ, ਜਿਹਨੂੰ ਬਿਆਨ ਕਰਨ ਲਈ ਸਤਿਗੁਰੂ ਜੀ ਨੇ ਵਾਜੇ ਪੰਜ ਸ਼ਬਦ ਤੇ ਅਨਹਦ ਵਾਜੇ ਦਾ ਜਿਹੜਾ ਹੈ ਉਹ ਸਤਿਗੁਰੂ ਜੀ ਨੇ ਮੁਹਾਵਰਾ ਵਰਤਿਆ ਹੈ, ਸ਼ਬਦ ਵਰਤੇ ਹਨ। ਤੋ ਇਹ ਉਹ ਅਵਸਥਾ ਹੈ। ਹੁਣ ਸਵਾਲ ਇਹ ਹੈ ਕਿ ਪ੍ਰਭੂ ਦੇ ਨਾਲ ਜੁੜਨ ਲਈ ਸਾਨੂੰ ਲੋੜ ਕਿਸ ਚੀਜ਼ ਦੀ ਹੈ? ਨਾਮ ਹਰਿ ਕੈ ਲਾਗੇ, ਇਸ ਅਵਸਥਾ ਤੱਕ ਪਹੁੰਚਣ ਲਈ ਸਾਨੂੰ ਲੋੜ ਕਿਸ ਚੀਜ਼ ਦੀ ਹੈ? ਅਸੀਂ ਜਾਣਦੇ ਹਾਂ ਕਿ ਸਾਡੇ ਜੀਵਨ ਦੇ ਵਿੱਚ ਵੀ ਜਦੋਂ ਵੀ ਅਸੀਂ ਕੋਈ ਕਿਸੇ ਚੀਜ਼ ਨੂੰ ਪ੍ਰਾਪਤ ਕਰਨਾ ਹੁੰਦਾ ਹੈ ਤਾਂ ਸਾਨੂੰ ਇੱਕ ਧਿਆਨ ਕਰਕੇ, ਇਕਾਗਰ ਹੋ ਕੇ, ਇੱਕ ਮਨ ਹੋ ਕੇ, ਫੁੱਲ ਕਨਸੈਂਟਰੇਸ਼ਨ ਦੇ ਨਾਲ ਸਾਨੂੰ ਉਸ ਦੇ ਯਤਨ ਕਰਨੇ ਪੈਂਦੇ ਹਨ। ਜਦੋਂ ਤੱਕ ਸਾਡੀਆਂ ਬਿਰਤੀਆਂ ਖਿੰਡਰੀਆਂ ਹੁੰਦੀਆਂ ਹਨ, ਬਿਖਰਾਓ ਹੁੰਦਾ ਹੈ ਸਾਡੀਆਂ ਸੁਰਤੀਆਂ ਬਿਰਤੀਆਂ ਦੇ ਵਿੱਚ, ਜਿਹਨੂੰ ਅਸੀਂ ਲਿਵ ਕਹਿੰਦੇ ਹਾਂ, ਉਦੋਂ ਤੱਕ ਅਸੀਂ ਕੁਝ ਵੀ ਪ੍ਰਾਪਤ ਨਹੀਂ ਕਰ ਸਕਦੇ। ਨਿਯਮ ਉਹੀ ਹੈ, ਲਿਵ ਉਹੀ ਹੈ, ਧਿਆਨ ਉਹੀ ਹੈ। ਜਦੋਂ ਅਸੀਂ ਉਸ ਨੂੰ ਦੁਨਿਆਵੀ ਚੀਜ਼ਾਂ ਦੇ ਲਈ ਵਰਤਣਾ ਹੈ ਤਾਂ ਵੀ ਸਾਨੂੰ ਇਹ ਨਿਯਮ ਵਰਤਣਾ ਪੈਣਾ ਹੈ, ਤੇ ਜਦੋਂ ਪਰਮਾਰਥ ਦੇ ਲਈ, ਆਤਮਿਕ ਤਰੱਕੀ ਵਾਸਤੇ ਵਰਤਣਾ ਹੈ ਤੇ ਤਾਂ ਵੀ ਨਿਯਮ ਉਹੀ ਹੈ। ਤਾਂ ਅਗਲੀ ਪੌੜੀ ਦੇ ਵਿੱਚ ਜਦੋਂ ਨਾਮ ਨਾਲ ਲੱਗਣ ਦੀ ਗੱਲ ਕਰ ਰਹੇ ਹਨ ਤਾਂ ਉਹਦੀ ਵਿਆਖਿਆ ਕਰ ਰਹੇ ਹਨ ਕਿ ਸਾਚੀ ਲਿਵੈ ਬਿਨ ਦੇਹ ਨਿਮਾਣੀ, ਦੇਹ ਨਿਮਾਣੀ ਲਿਵੈ ਬਾਝੋਂ ਕਿਆ ਕਰੇ ਵਿਚਾਰੀ। ਤੁਧਬਾਜ ਸਮਰੱਥ ਕੋਇ ਨਾਹੀ, ਕਿਰਪਾ ਕਰ ਬਨਵਾਰੀਆ, ਏਸ ਨੋ ਹੋਰ ਥਾਉ ਨਾਹੀ, ਸ਼ਬਦ ਲਾਗ ਸਵਾਰੀਆ, ਕਹੈ ਨਾਨਕ ਲਿਵੈ ਬਾਝੋਂ ਕਿਆ ਕਰੇ ਵਿਚਾਰੀ। ਹੁਣ ਸਤਿਗੁਰੂ ਜੀ ਕਹਿ ਰਹੇ ਹਨ ਕਿ ਜਦੋਂ ਤੱਕ ਕਿਸੇ ਚੀਜ਼ ਦੇ ਨਾਲ ਸਾਡਾ ਪ੍ਰੇਮ, ਡੈਡੀਕੇਸ਼ਨ, ਕਮਿਟਮੈਂਟ, ਸਾਡਾ ਧਿਆਨ ਨਹੀਂ ਹੈ, ਅਸੀਂ ਕਨਸੈਂਟਰੇਸ਼ਨ ਦੇ ਨਾਲ ਇੱਕ ਚੀਜ਼ ਦੇ ਵੱਲ ਧਿਆਨ ਨਹੀਂ ਕਰਦੇ, ਸਾਡਾ ਫੋਕਸ ਉਹ ਨਹੀਂ ਹੋ ਜਾਂਦਾ, ਇਹਨੂੰ ਅਸੀਂ ਗੁਰਬਾਣੀ ਦੀ ਭਾਸ਼ਾ ਦੇ ਵਿੱਚ ਲਿਵ ਕਿਹਾ ਗਿਆ ਹੈ, ਧਾਰਮਿਕ ਭਾਸ਼ਾ ਵਿੱਚ ਇਹਨੂੰ ਲਿਵ ਜੁੜਨਾ ਕਿਹਾ ਜਾਂਦਾ ਹੈ। ਉਦੋਂ ਤੱਕ ਅਸੀਂ ਕੋਈ ਚੀਜ਼ ਪ੍ਰਾਪਤ ਨਹੀਂ ਕਰ ਸਕਦੇ। ਇਹ ਪੌੜੀ ਦੇ ਵਿੱਚ ਜਦੋਂ ਸਤਿਗੁਰੂ ਜੀ ਨੇ ਲਿਵ ਜੋੜਨ ਦੀ ਗੱਲ ਕੀਤੀ ਹੈ, ਇਹਦਾ ਵਿਸ਼ਾ ਉਸ ਅਕਾਲ ਪੁਰਖ ਦੇ ਨਾਲ ਲਿਵ ਜੋੜਨ ਦਾ ਹੀ ਹੈ। ਪਰ ਇਹ ਜੋ ਸਤਿਗੁਰੂ ਜੀ ਸਾਨੂੰ ਸਿੱਖਿਆ ਦੇ ਰਹੇ ਹਨ, ਇਹ ਸਾਡੇ ਜੀਵਨ ਦਾ ਇੱਕ ਜਨਰਲ ਰੂਲ ਹੈ, ਜਿਹਦਾ ਅਸੀਂ ਕਹਿ ਸਕਦੇ ਹਾਂ ਕਿ ਸਤਿਗੁਰੂ ਜੀ ਇੱਕ ਸਪੈਸੀਫਿਕ ਕੇਸ ਜਿਹੜਾ ਹੈ ਉਹ ਸਾਡੇ ਸਾਹਮਣੇ ਡਿਸਕਸ ਕਰ ਰਹੇ ਹਨ ਅਕਾਲ ਪੁਰਖ ਦੇ ਨਾਲ ਜੁੜਨ ਦਾ। ਕਿਉਂਕਿ ਇਸ ਤੋਂ ਪਹਿਲਾਂ
ਨਾਮ ਦੇ ਨਾਲ ਜੁੜਨ ਦੀ ਗੱਲ ਆਈ ਹੈ। ਤੇ ਸਤਿਗੁਰੂ ਜੀ ਕਹਿੰਦੇ ਹਨ ਕਿ ਜਦੋਂ ਤੱਕ ਸਾਡੀ ਲਿਵ ਨਹੀਂ ਜੁੜੀ ਉਦੋਂ ਤੱਕ ਅਸੀਂ ਕੁਝ ਪ੍ਰਾਪਤ ਨਹੀਂ ਕਰ ਸਕਦੇ, ਕਿਉਂਕਿ ਉਦੋਂ ਤੱਕ ਸਾਡੇ ਅੰਦਰ ਬਿਖਰਾਓ ਹੈ, ਖਿੰਡਰਾਓ ਹੈ, ਫੋਕਸ ਨਹੀਂ ਹੈ। ਔਰ ਇਹ ਅਸਲ ਦੇ ਵਿੱਚ ਦੇਖਿਆ ਜਾਏ ਤੇ ਇਹ ਜਦੋਂ ਅਕਾਲ ਪੁਰਖ ਤੋਂ ਲਿਵ ਬਿਖਰਦੀ ਹੈ, ਖਿੰਡਰਦੀ ਹੈ, ਮਾਇਆ ਇਸੇ ਨੂੰ ਹੀ ਕਹਿੰਦੇ ਹਨ। ਮਾਇਆ ਹੈ ਹੀ ਉਹ ਜਦੋਂ ਸਾਡੇ ਲਿਵ ਅਕਾਲ ਪੁਰਖ ਨਾਲ ਟੁੱਟ ਜਾਵੇ। ਜੇ ਲਿਵ ਨਹੀਂ ਜੁੜੀ ਤਾਂ ਇਉਂ ਸਮਝੋ ਕਿ ਮਾਇਆ ਦਾ ਹੜ ਵਗ ਰਿਹਾ ਹੈ। ਜੋ ਉਹ ਰਚਨਾ ਅਕਾਲ ਪੁਰਖ ਨੇ ਸਾਡੀ ਸਹੂਲਤ ਵਾਸਤੇ ਬਣਾਈ ਸੀ, ਸਾਡੀ ਸਹਾਇਤਾ ਕਰਨ ਲਈ ਬਣਾਈ ਸੀ, ਉਹ ਹੁਣ ਸਾਡੀ ਦੁਸ਼ਮਣ ਹੋ ਗਈ, ਸਾਨੂੰ ਖਿੰਡਾਰ ਰਹੀ ਹੈ। ਸਾਡੀ ਲਿਵ ਸੁਰਤੀਆਂ ਬਿਰਤੀਆਂ ਸਭ ਖਿੰਡਰ ਰਹੀਆਂ ਹਨ, ਤਾਂ ਫਿਰ ਅਸੀਂ ਕੁਝ ਵੀ ਪ੍ਰਾਪਤ ਨਹੀਂ ਕਰ ਸਕਦੇ। ਇਹੀ ਮਾਇਆ ਹੈ। ਰਚਨਾ ਉਹੀ ਹੈ। ਰਚਨਾ ਜਦੋਂ ਤੱਕ ਅਸੀਂ ਉਹਨੂੰ ਸਹੀ ਢੰਗ ਨਾਲ ਵਰਤਦੇ ਹਾਂ ਉਦੋਂ ਤੱਕ ਸਾਡੀ ਲਿਵ ਮਤਲਬ ਅਸੀਂ ਉਸ ਅਕਾਲ ਪੁਰਖ ਨਾਲ ਜੁੜ ਸਕਦੇ ਹਾਂ। ਜਦੋਂ ਸਹੀ ਢੰਗ ਨਾਲ ਵਰਤਣਾ ਹੈ ਉਹ ਉਦੋਂ ਹੀ ਵਰਤਣਾ ਹੈ ਜਦੋਂ ਸਾਡਾ ਆਪਣੇ ਜੀਵਨ ਮਨੋਰਥ ਦੇ ਨਾਲ ਜੋ ਸਾਡਾ ਟੀਚਾ ਹੈ ਉਧਰ ਧਿਆਨ ਲਿਵ ਪੂਰੀ ਤਰ੍ਹਾਂ ਜੁੜੀ ਹੋਈ ਹੈ। ਤਾਂ ਜਦੋਂ ਨਹੀਂ ਜੁੜੀ ਤਾਂ ਸਮਝ ਲਓ ਕਿ ਦੇਹ ਨਿਮਾਣੀ ਲਿਵੈ ਬਾਝੋਂ ਕਿਆ ਕਰੇ ਵਿਚਾਰੀਆ। ਫਿਰ ਵਿਚਾਰੇਪਨ ਦੀ ਅਵਸਥਾ ਆ ਗਈ। ਜਦੋਂ ਸਾਨੂੰ ਪਤਾ ਨਹੀਂ ਕਿ ਅਸੀਂ ਕਿੱਥੇ ਜਾਣਾ ਹੈ ਤਾਂ ਫਿਰ ਮਾਇਆ ਦਾ ਹੜ ਹੈ, ਅਸੀਂ ਉਹਦੇ ਵਿੱਚ ਰੁੜਦੇ ਹੀ ਜਾਵਾਂਗੇ। ਫਿਰ ਉਹਦੇ ਵਿੱਚ ਸਾਨੂੰ ਪਤਾ ਨਹੀਂ ਲੱਗੇਗਾ, ਸਾਡੇ ਵੱਸ ਵਿੱਚ ਕੁਝ ਨਹੀਂ ਹੈ। ਜੇ ਸਾਨੂੰ ਪਤਾ ਹੀ ਨਹੀਂ ਹੈ ਕਿ ਅਸੀਂ ਕਰਨਾ ਕੀ ਹੈ ਤਾਂ ਫਿਰ ਹੜ ਜਿੱਧਰ ਰੋੜ ਕੇ ਲੈ ਜਾਂਦਾ ਹੈ ਉਧਰ ਹੀ ਅਸੀਂ ਰੁੜ ਜਾਂਦੇ ਹਾਂ। ਔਰ ਅਸੀਂ ਆਪਣੀ ਜ਼ਿੰਦਗੀ ਦੇ ਵਿੱਚ ਸਾਰੀਆਂ ਗੱਲਾਂ ਦੇਖਦੇ ਹੀ ਰਹਿੰਦੇ ਹਾਂ। ਅਸੀਂ ਸਭ ਨੇ ਇਹ ਚੀਜ਼ਾਂ ਕਿਸੇ ਨਾ ਕਿਸੇ ਸਟੇਜ ਉੱਤੇ ਐਕਸਪੀਰੀਅੰਸ ਕੀਤੀਆਂ ਹੁੰਦੀਆਂ। ਹੁੰਦਾ ਇਹੀ ਹੈ ਕਿ ਜਦੋਂ ਸਾਨੂੰ ਇਹ ਭੁੱਲ ਜਾਂਦਾ ਹੈ ਕਿ ਮੈਂ ਅਸਲ ਵਿੱਚ ਕੀ ਕਰਨਾ ਸੀ, ਤਾਂ ਮੈਂ ਆਪਣਾ ਜੋ ਪੂਰਾ ਸਮਾਂ ਹੈ ਉਹ ਵੇਸਟ ਕਰ ਪੈਂਦਾ ਹਾਂ। ਉਹਦੇ 'ਚ ਕੁਝ ਵੀ ਨਹੀਂ ਹੁੰਦਾ। ਫਿਰ ਉਹ ਸਮਾਂ ਸਾਡੇ ਨਿਵਾਣੇਪਨ ਦਾ ਹੈ, ਵਿਚਾਰੇਪਨ ਦਾ ਹੈ। ਪਰ ਇਹਦੇ ਤੋਂ ਛੁਟਕਾਰਾ ਕਿਵੇਂ ਹੋ? ਇਹ ਜੇ ਅਸੀਂ ਲਿਵ ਨੂੰ ਜੋੜਨਾ ਹੈ ਤਾਂ ਫਿਰ ਉਹ ਕਿਸ ਤਰ੍ਹਾਂ ਜੋੜੀ ਜਾਏ? ਤਾਂ ਉਹ ਸਤਿਗੁਰੂ ਕਹਿੰਦੇ ਹਨ, ਤੁਧ ਬਾਝ ਸਮਰੱਥ ਕੋਏ ਨਾਹੀ, ਕਿਰਪਾ ਕਰ ਬਨਵਾਰੀਆ। ਤੂੰ ਹੀ ਕਿਰਪਾ ਕਰ। ਬਨਵਾਰੀ ਦਾ ਭਾਵ ਇੱਥੇ ਸਤਿਗੁਰੂ ਜੀ ਨੇ ਜੋ ਸ਼ਬਦ ਵਰਤਿਆ ਹੈ ਕਿ ਇਹ ਜੋ ਜਗਤ ਦੀ ਵਾੜੀ ਦਾ ਮਾਲੀ ਹੈ, ਜਿਹੜਾ ਸਾਡਾ ਮਾਲਕ ਹੈ, ਉਹ ਬਨਵਾਰੀ ਹੈ। ਉਹਦੇ ਅੱਗੇ ਬੇਨਤੀ ਹੈ ਕਿ ਤੂੰ ਕਿਰਪਾ ਕਰ, ਤੇਰੇ ਤੋਂ ਇਲਾਵਾ ਮੇਰੇ 'ਚ ਕੋਈ ਸਮਰੱਥਾ ਨਹੀਂ ਹੈ। ਇਹ ਸਭ ਤੇਰੀ ਸਮਰੱਥਾ ਹੈ ਕਿ ਤੂੰ ਮੈਨੂੰ ਇੰਨੇ ਜੋਗਾ ਬਣਾਵੇਂ ਕਿ ਮੈਂ ਉਸ ਪ੍ਰਭੂ ਦੇ ਤੇਰੇ ਸ਼ਬਦ ਦੇ ਨਾਲ ਲੱਗ ਕੇ ਆਪਣੇ ਜੀਵਨ ਨੂੰ ਸਵਾਰ ਸਕਾਂ। ਹੁਣ ਇੱਕ ਸਵਾਰਿਆ ਹੋਇਆ ਜੀਵਨ ਹੈ, ਇੱਕ ਵਿਚਾਰਾ ਜੀਵਨ ਹੈ। ਇੱਥੇ ਸਤਿਗੁਰੂ ਜੀ ਨੇ ਇਹਨਾਂ ਦੋਵਾਂ ਦੇ ਵਿੱਚ ਕੰਪੈਰੀਜ਼ਨ ਕਰ ਦਿੱਤਾ। ਇੱਕ ਦੇ ਵਿੱਚ ਹੈ ਕਿ ਜਦੋਂ ਅਸੀਂ ਪ੍ਰਭੂ ਦੀ ਮਿਹਰ ਜਿਹੜੀ ਹੈ, ਕਿਰਪਾ ਦੇ ਪਾਤਰ ਬਣ ਜਾਂਦੇ ਹਾਂ, ਗੁਰੂ ਦੇ ਮਿਲਾਪ ਦੇ ਪਾਤਰ ਬਣ ਜਾਂਦੇ ਹਾਂ, ਉਸ ਪ੍ਰਭੂ ਦੀ ਕਿਰਪਾ ਦੇ ਨਾਲ ਗੁਰੂ ਦੀ ਸ਼ਰਨ ਦੇ ਵਿੱਚ ਚਲੇ ਜਾਂਦੇ ਹਾਂ, ਤਾਂ ਫਿਰ ਅਸੀਂ ਸਾਡਾ ਜੀਵਨ ਜਿਹੜਾ ਹੈ ਉਹ ਸ਼ਬਦ ਦੇ ਨਾਲ ਜੁੜ ਕੇ ਸੰਵਰ ਜਾਂਦਾ ਹੈ। ਪਰ ਜਦੋਂ ਤੱਕ ਅਸੀਂ ਉਹਦੀ ਕਿਰਪਾ ਦੇ ਪਾਤਰ ਨਹੀਂ ਬਣਦੇ, ਉਹਦੇ ਅੱਗੇ ਆਪਾਂ ਸਮਰਪਿਤ ਨਹੀਂ ਕਰਦੇ, ਅਸੀਂ ਆਪਣੇ ਜੀਵਨ ਨੂੰ ਉਹਦੀ ਕਿਰਪਾ ਦੇ ਅਨੁਸਾਰ ਬਣਾਉਣ ਦੀ ਕੋਸ਼ਿਸ਼ ਨਹੀਂ ਕਰਦੇ, ਉਦੋਂ ਸਾਡੀ ਅਵਸਥਾ ਜਿਹੜੀ ਹੈ ਉਹ ਵਿਚਾਰਿਆਂ ਵਾਲੀ ਹੋ ਜਾਂਦੀ ਹੈ। ਤੋ ਸਤਿਗੁਰੂ ਜੀ ਨੇ ਇਹਨਾਂ ਦੋਵਾਂ ਪੌੜੀਆਂ ਦੇ ਵਿੱਚ ਜਿਹੜੀ ਗੱਲ ਹੈ ਨਾਮ ਨਾਲ ਜੁੜਨ ਦੀ ਕੀਤੀ ਹੈ। ਪਰ ਨਾਮ ਨਾਲ ਜੁੜਨ ਲਈ ਲਿਵ ਨੂੰ ਜੋੜਨ ਦੀ ਗੱਲ ਹੈ, ਲਿਵ ਨੂੰ ਇਕਾਗਰ ਕਰਨ ਦੀ ਗੱਲ ਹੈ। ਤੇ ਸਮਝਾਇਆ ਸਤਿਗੁਰੂ ਜੀ ਨੇ ਕਿ ਲਿਵ ਨੂੰ ਜਦੋਂ ਤੱਕ ਅਸੀਂ ਇਕਾਗਰ ਨਹੀਂ ਕਰਦੇ, ਜੋੜਦੇ ਨਹੀਂ, ਉਦੋਂ ਤੱਕ ਸਾਡਾ ਜੀਵਨ ਬਿਲਕੁਲ ਵਿਚਾਰੇਪਨ ਦਾ, ਨਿਮਾਣੇਪਨ ਦਾ, ਜਿਹਦੇ ਹੱਥ ਪੱਲੇ ਕੁਝ ਨਾ ਹੋਵੇ, ਉਹ ਜੀਵਨ ਰਹਿ ਜਾਂਦਾ ਹੈ। ਜਦੋਂ ਤੱਕ ਅਸੀਂ ਆਪਣੀ ਲਿਵ ਨੂੰ ਨਹੀਂ ਸੰਭਾਲਦੇ, ਅਸੀਂ ਲਿਵ ਨੂੰ ਪ੍ਰਭੂ ਨਾਲ ਨਹੀਂ ਜੋੜਦੇ, ਆਪਣੇ ਆਪ ਨੂੰ ਉਹਦੀ ਕਿਰਪਾ ਦਾ ਪਾਤਰ ਨਹੀਂ ਬਣਾਉਂਦੇ, ਗੁਰੂ ਦੀ ਸ਼ਰਨ ਵਿੱਚ ਪੈ ਕੇ ਸ਼ਬਦ ਦੇ ਨਾਲ ਜੁੜ ਕੇ ਉਹਦੀ ਕਿਰਪਾ ਦਾ ਪਾਤਰ ਨਹੀਂ ਬਣਦੇ, ਉਦੋਂ ਤੱਕ ਸਾਡਾ ਜੀਵਨ ਜਿਹੜਾ ਹੈ ਇਉਂ ਹੀ ਉਹ ਉਸੇ ਤਰ੍ਹਾਂ ਹੀ ਲੰਘਦਾ ਰਹੇਗਾ ਜਿਵੇਂ ਕਿ ਸਤਿਗੁਰੂ ਜੀ ਨੇ ਪਹਿਲਾਂ ਸਾਨੂੰ ਡਿਸਕ੍ਰਾਈਬ ਕੀਤਾ ਹੈ ਕਿ ਜਦੋਂ ਤੱਕ ਨਾਮ ਦੇ ਨਾਲ ਨਹੀਂ ਜੁੜਦੇ ਉਦੋਂ ਤੱਕ ਇਹ ਜੀਵਨ ਸਵਰ ਨਹੀਂ ਜਾਂਦਾ। ਹੁਣ ਅਗਲੀ ਪੌੜੀ ਦੇ ਵਿੱਚ ਸਤਿਗੁਰੂ ਜੀ ਨੇ ਆਨੰਦ ਦੀ ਗੱਲ ਫਿਰ ਦੁਬਾਰਾ ਸ਼ੁਰੂ ਕਰ ਰਹੇ ਹਨ ਕਿ ਆਨੰਦ ਦੀ ਭਾਲ ਦੇ ਵਿੱਚ ਜਗਤ ਫਿਰਦਾ ਹੈ, ਸਾਰਾ ਜਗਤ ਫਿਰ ਰਿਹਾ ਹੈ, ਪਰ ਆਨੰਦ ਦੀ ਸੋਝੀ ਕਿੱਥੋਂ ਹੋਣੀ ਹੈ?
ਆਨੰਦ ਦੀ ਜਿਹੜੀ ਸੋਝੀ ਹੈ ਉਹ ਸਤਿਗੁਰੂ ਕਹਿ ਰਹੇ ਹਨ ਕਿ ਗੁਰੂ ਤੋਂ ਹੋਣੀ ਹੈ। ਆਨੰਦ ਆਨੰਦ ਸਭ ਕੋ ਕਹੈ, ਆਨੰਦ ਗੁਰੂ ਤੇ ਜਾਣਿਆ। ਜਾਣਿਆ ਆਨੰਦ ਸਦਾ ਗੁਰ ਤੇ, ਕਿਰਪਾ ਕਰੇ ਪਿਆਰਿਆ। ਕਰ ਕਿਰਪਾ ਕਿਲ ਵਿਖ ਕੱਟੇ, ਗਿਆਨ ਅੰਜਨ ਸਾਰਿਆ। ਅੰਦਰੋਂ ਜਿਨਕਾ ਮੋਹ ਟੁੱਟਾ, ਤਿਨਕਾ ਸ਼ਬਦ ਸੱਚਾ ਸਵਾਰਿਆ। ਕਹੈ ਨਾਨਕ ਇਹ ਆਨੰਦ ਹੈ ਆਨੰਦ ਗੁਰ ਤੇ ਜਾਣੇ। ਸਤਿਗੁਰੂ ਜੀ ਕਹਿ ਰਹੇ ਹਨ ਕਿ ਆਨੰਦ ਦੀ ਪ੍ਰਾਪਤੀ ਗੁਰੂ ਕੋਲੋਂ ਹੋਣੀ ਹੈ। ਪਰ ਅੰਤ ਵਿੱਚ ਸਤਿਗੁਰੂ ਜੀ ਨੇ ਜਿਹੜੀ ਸਾਨੂੰ ਸਿੱਖਿਆ ਦਿੱਤੀ ਹੈ ਉਹ ਇਹ ਹੈ ਕਿ ਆਪਣਾ ਕਨਸੈਪਟ ਸਾਡਾ ਕਲੀਅਰ ਹੋ ਜਾਏ ਕਿ ਆਨੰਦ ਹੈ ਕੀ। ਸਤਿਗੁਰੂ ਜੀ ਨੇ ਇਸ ਪੌੜੀ ਦੇ ਵਿੱਚ ਮਤਲਬ ਗੁਰੂ ਦੀ ਸਿੱਖਿਆ ਤੋਂ ਬਿਨਾਂ ਆਨੰਦ ਦੀ ਪ੍ਰਾਪਤੀ ਨਹੀਂ ਹੁੰਦੀ, ਉਹ ਜ਼ਿਕਰ ਕੀਤਾ। ਇਹ ਤਾਂ ਕਿਹਾ ਹੀ ਹੈ ਕਿ ਆਨੰਦ ਗੁਰੂ ਤੇ ਜਾਣੇ, ਪਰ ਸਤਿਗੁਰੂ ਜੀ ਨੇ ਕਿਹਾ ਕਿ ਸ਼ਬਦ ਸੱਚਾ ਸਵਾਰਿਆ। ਸ਼ਬਦ ਦੇ ਨਾਲ ਲੱਗ ਕੇ ਹੀ ਜੋ ਹੈ ਸਾਡਾ ਇਹ ਜੀਵਨ ਸਵਰਨਾ ਹੈ। ਪਿਛਲੀ ਪੌੜੀ ਦੇ ਵਿੱਚ ਸ਼ਬਦ ਲਾਗ ਸਵਾਰਿਆ ਕਿਹਾ ਸੀ, ਇੱਥੇ ਸਤਿਗੁਰੂ ਜੀ ਨੇ ਸ਼ਬਦ ਸੱਚਾ ਸਵਾਰਿਆ। ਤੇ ਅਖੀਰਲੀ ਪੰਕਤੀ ਸਤਿਗੁਰੂ ਜੀ ਕਹਿ ਰਹੇ ਹਨ ਕਿ ਕਹੈ ਨਾਨਕ ਇਹ ਆਨੰਦ ਹੈ। ਭਾਵ ਇਸ ਪੌੜੀ ਦੇ ਵਿੱਚ ਸਤਿਗੁਰੂ ਜੀ ਨੇ ਆਨੰਦ ਦੇ ਬਾਰੇ ਸਾਨੂੰ ਕੁਝ ਖਾਸ ਗੱਲਾਂ ਦੱਸੀਆਂ। ਤੋ ਇਹ ਉਹ ਪਹਿਲੇ ਵਿਚਾਰੇਪਨ ਦੀ ਅਵਸਥਾ ਹੈ, ਹੁਣ ਸਵਾਰੇ ਜਾਣ ਦੀ ਅਵਸਥਾ ਹੈ। ਇਹਨਾਂ ਦੋਵਾਂ ਦੇ ਵਿੱਚ ਫਰਕ ਹੈ ਆਨੰਦ ਦਾ। ਆਨੰਦ ਭਾਵ ਪ੍ਰਭੂ ਮਿਲਾਪ ਦਾ, ਪ੍ਰਭੂ ਦੇ ਨਾਲ ਜੁੜਨ ਦਾ। ਤੋ ਇਹਦੇ ਸਤਿਗੁਰੂ ਜੀ ਨੇ ਜਿਹੜੀਆਂ ਦੋ ਤਿੰਨ ਗੱਲਾਂ ਸਾਨੂੰ ਵਿਸ਼ੇਸ਼ ਧਿਆਨ ਦੇਣ ਵਾਲੀਆਂ ਹਨ, ਕਿਉਂਕਿ ਜਦੋਂ ਅਸੀਂ ਆਨੰਦ ਦੀ ਗੱਲ ਕਰਦੇ ਹਾਂ, ਆਨੰਦ ਨੂੰ ਅਸੀਂ ਇਹੋ ਸਮਝ ਲੈਂਦੇ ਹਾਂ ਕਿ ਸਾਡੇ, ਜਿਵੇਂ ਸਤਿਗੁਰੂ ਜੀ ਨੇ ਕਿਹਾ ਵੀ ਹੈ ਕਿ ਸਾਡੇ ਅੰਦਰ ਵਾਜੇ ਵੱਜ ਰਹੇ ਹਨ, ਪੰਜ ਸ਼ਬਦ ਵੱਜ ਰਹੇ ਹਨ, ਅਨਹਦ ਵਾਜੇ ਵੱਜ ਰਹੇ ਹਨ, ਪਰ ਅਸੀਂ ਉਸ ਇੱਕ ਸਵਾਦ ਦੇ ਨਾਲ ਇਹਨੂੰ ਐਸੋਸੀਏਟ ਕਰ ਲੈਂਦੇ ਹਾਂ। ਇਹ ਠੀਕ ਹੈ ਕਿ ਮਿਲਾਪ ਦਾ ਆਨੰਦ ਤਾਂ ਉਸੇ ਤਰ੍ਹਾਂ ਹੀ ਸਾਨੂੰ ਐਕਸਪੀਰੀਅੰਸ ਹੋਣਾ ਹੈ, ਪਰ ਉਹ ਮਿਲਾਪ ਦੀ ਆਨੰਦ ਦੀ ਅਵਸਥਾ ਹੈ ਕੀ? ਤਾਂ ਸਤਿਗੁਰੂ ਜੀ ਨੇ ਇੱਥੇ ਜੋ ਡਿਫਾਈਨ ਕੀਤਾ ਹੈ, ਉਹ ਇਹਦੇ ਵਿੱਚ ਉਹਨਾਂ ਨੇ ਡਿਫਾਈਨ ਕੀਤਾ ਹੈ, ਕਰ ਕਿਰਪਾ ਕਿਲ ਵਿਖ ਕੱਟੇ, ਗਿਆਨ ਅੰਜਨ ਸਾਰਿਆ। ਜਦੋਂ ਗਿਆਨ ਦਾ ਸੁਰਮਾ ਸਾਡੀ ਮੱਤ ਦੇ ਵਿੱਚ, ਸਾਡੀ ਮੱਤ ਦੇ ਅੱਖਾਂ ਦੇ ਵਿੱਚ ਪੈ ਜਾਵੇ, ਸਾਰਿਆ ਭਾਵ ਪੈ ਜਾਵੇ, ਸਤਿਗੁਰੂ ਪਾ ਦੇਵੇ, ਤੇ ਫਿਰ ਆਨੰਦ ਦੀ ਅਵਸਥਾ ਤੱਕ ਅਸੀਂ ਪਹੁੰਚ ਸਕਦੇ ਹਾਂ। ਦੂਜਾ ਸਤਿਗੁਰੂ ਜੀ ਨੇ ਅੱਗੋਂ ਜੋ ਸ਼ਬਦ ਵਰਤੇ ਹਨ, ਅੰਦਰੋਂ ਜਿਨਕਾ ਮੋਹ ਟੁੱਟਾ। ਮੋਹ ਟੁੱਟਾ ਦੀ ਅਵਸਥਾ ਜਿਹੜੀ ਹੈ, ਇਹ ਸਤਿਗੁਰੂ ਜੀ ਨੇ ਵਿਸ਼ੇਸ਼ ਇਹਦੇ ਵੱਲ ਧਿਆਨ ਦਿਵਾਇਆ ਕਿ ਇਹ ਗਿਆਨ ਦੀ ਅਵਸਥਾ ਦਾ ਸੰਬੰਧ ਇਹਦੇ ਨਾਲ ਹੈ, ਤੇ ਇਹੀ ਆਨੰਦ ਦੀ ਅਵਸਥਾ ਹੈ। ਤੇ ਇਹਨਾਂ ਦੋਵਾਂ ਦਾ ਨਤੀਜਾ ਕੀ ਹੋਏਗਾ? ਕਰ ਕਿਰਪਾ ਕਿਲ ਵਿਖ ਕੱਟੇ। ਤਾਂ ਇਹ ਤਿੰਨ ਗੱਲਾਂ ਜਿਹੜੀਆਂ ਸਤਿਗੁਰੂ ਜੀ ਨੇ ਸਮਝਾਈਆਂ ਹਨ ਕਿ ਸ਼ਬਦ ਦੇ ਨਾਲ ਜਦੋਂ ਅਸੀਂ ਜੁੜਦੇ ਹਾਂ, ਜਦੋਂ ਸਤਿਗੁਰੂ ਸਾਨੂੰ ਸ਼ਬਦ ਨਾਲ ਜੋੜਦਾ ਹੈ ਤੇ ਅਸੀਂ ਆਨੰਦ ਦੇ ਬਾਰੇ ਜਾਣਦੇ ਹਾਂ ਵੀ ਕੀ ਹੈ ਆਨੰਦ। ਤਾਂ ਉਹਦੇ ਤਿੰਨ ਲੱਛਣ ਸਤਿਗੁਰੂ ਜੀ ਨੇ ਦੱਸ ਦਿੱਤੇ। ਇੱਕ ਤਾਂ ਗਿਆਨ, ਇਹ ਗਿਆਨ ਦੀ ਅਵਸਥਾ ਹੈ। ਦੂਜਾ ਮੋਹ ਤੋਂ ਉੱਪਰ ਉੱਠਣ ਦੀ, ਮੋਹ ਟੁੱਟਣ ਦੀ ਅਵਸਥਾ ਹੈ। ਤੇ ਤੀਜੀ ਕਿਲ ਵਿਖ ਪਾਪ ਕੱਟੇ ਜਾਣ ਦੀ ਅਵਸਥਾ। ਹੁਣ ਅਸੀਂ ਆਮ ਜੋ ਸਮਝਦੇ ਹਾਂ ਉਹ ਆਨੰਦ ਤਾਂ ਇਉਂ ਹੈ ਕਿ ਪਤਾ ਨਹੀਂ ਕੁਝ ਹੋਏਗਾ ਤੇ ਸਾਡੇ ਅੰਦਰ ਆਨੰਦ ਹੀ ਆਨੰਦ ਵਰਤ ਜਾਏਗਾ। ਤਾਂ ਸਤਿਗੁਰੂ ਜੀ ਕਹਿ ਰਹੇ ਹਨ ਕਿ ਨਹੀਂ, ਗਿਆਨ ਤੋਂ ਬਿਨਾ ਆਨੰਦ ਨਹੀਂ ਹੈ, ਮੋਹ ਟੁੱਟਣ ਤੋਂ ਬਿਨਾ ਆਨੰਦ ਨਹੀਂ ਹੈ, ਤੇ ਪਾਪਾਂ ਦੇ ਕੱਟਣ ਤੋਂ ਬਾਅਦ ਕਿਲ ਵਿਖ ਕੱਟੇ ਜਾਣ ਤੋਂ ਬਿਨਾ ਆਨੰਦ ਦੀ ਅਵਸਥਾ ਨਹੀਂ ਆਉਂਦੀ। ਔਰ ਇਹ ਹੈ ਵੀ ਸੱਚ, ਅਕਾਲ ਪੁਰਖ ਦੇ ਨਾਲ ਮਿਲਾਪ ਅਗਰ ਪ੍ਰਾਪਤ ਕਰਨਾ ਹੈ ਤਾਂ ਉਹ ਇਹ ਤਿੰਨੋਂ ਚੀਜ਼ਾਂ ਦੀ ਲੋੜ ਹੈ। ਤਾਂ ਇਸ ਡੈਫੀਨੇਸ਼ਨ ਨੂੰ ਅਸੀਂ ਸਮਝੀਏ ਜਿਹੜੀ ਸਤਿਗੁਰੂ ਜੀ ਨੇ ਕਿਹਾ ਹੈ ਕਿ ਕਹੈ ਨਾਨਕ ਇਹ ਆਨੰਦ ਹੈ, ਆਨੰਦ ਗੁਰ ਤੇ ਜਾਣੇ। ਇਹ ਸ਼ਬਦ ਨਾਲ ਜਦੋਂ ਸ਼ਬਦ ਸੱਚਾ ਸਵਾਰਿਆ, ਜਦੋਂ ਉਹ ਸਦਾ ਥਿਰ ਪ੍ਰਭੂ ਦਾ ਜੋ ਨਾਮ ਹੈ, ਉਹਦੀ ਸਿਫਤ ਸਲਾਹ ਹੈ, ਉਹਦੇ ਵਿੱਚ ਜੁੜ ਕੇ ਜਦੋਂ ਸਾਡਾ ਜੀਵਨ ਸਵਾਰਿਆ ਜਾਂਦਾ ਹੈ, ਜਦੋਂ ਗੁਰੂ ਸਾਡੇ ਤੇ ਕਿਰਪਾ ਕਰਦਾ ਹੈ, ਸਾਨੂੰ ਉਸ ਅਵਸਥਾ ਤੱਕ ਪਹੁੰਚਾ ਦਿੰਦਾ ਹੈ, ਤੇ ਇਹ ਤਿੰਨ ਚੀਜ਼ਾਂ ਦੀ ਪ੍ਰਾਪਤੀ ਹੁੰਦੀ ਹੈ ਜਿਹੜੀਆਂ ਕਿ ਆਨੰਦ ਦੇ ਵੱਡੇ ਲੱਛਣ ਹਨ। ਹੁਣ ਇਹ ਸਵਾਲ ਇਹ ਹੈ ਕਿ ਸ਼ਬਦ ਸੱਚਾ ਸਵਾਰਿਆ ਦਾ ਪਹਿਲਾਂ ਸਤਿਗੁਰੂ ਜੀ ਨੇ ਕਿਹਾ ਹੈ
ਕਿ ਆਨੰਦ ਗੁਰੂ ਤੇ ਜਾਣਿਆ। ਫਿਰ ਉਸ ਤੋਂ ਬਾਅਦ ਸਤਿਗੁਰੂ ਜੀ ਕਹਿ ਰਹੇ ਹਨ ਕਿ ਸ਼ਬਦ ਸੱਚਾ ਸਵਾਰਿਆ। ਜਿਹਨੂੰ ਇਹ ਤਿੰਨਾਂ ਚੀਜ਼ਾਂ ਦੀ ਪ੍ਰਾਪਤੀ ਹੋ ਜਾਂਦੀ ਹੈ, ਉਹਨਾਂ ਦਾ ਹਰ ਚੀਜ਼ ਸੰਵਰ ਜਾਂਦੀ ਹੈ। ਉਹ ਸੱਚੇ ਪ੍ਰਭੂ ਨੇ ਨਾਮ ਦੇ ਰਾਹੀਂ ਸਵਾਰ ਦਿੱਤਾ ਹੈ, ਪਰ ਤਿਨਕਾ ਸ਼ਬਦ ਸਵਾਰਿਆ ਗਿਆ ਹੈ। ਤਿਨਕਾ ਸ਼ਬਦ ਭਾਵ ਇਹ ਹੈ ਕਿ ਉਸ ਵਿਅਕਤੀ ਦਾ ਬੋਲ ਚਾਲ ਵੀ ਸੰਵਰ ਜਾਂਦਾ ਹੈ। ਉਸ ਨਾਮ ਦੇ ਨਾਲ ਜੁੜਨ ਕਰਕੇ ਵਿਅਕਤੀ ਦਾ ਬੋਲ ਬਾਣੀ ਹਰ ਚੀਜ਼ ਜੀਵਨ ਦੀ ਸੰਵਰ ਜਾਂਦੀ ਹੈ। ਤਾਂ ਤਿਨਕਾ ਸ਼ਬਦ ਦਾ ਅਰਥ ਇੱਥੇ ਭਾਵ ਹੈ ਕਿ ਉਸ ਵਿਅਕਤੀ ਦੇ ਮੂੰਹੋਂ ਵੀ ਜੋ ਨਿਕਲਦਾ ਹੈ, ਉਹਦੀ ਨਜ਼ਰ ਵਿੱਚੋਂ ਵੀ ਜੋ ਨਿਕਲਦਾ ਹੈ, ਉਹ ਦੇਖਦਾ ਵੀ ਹੈ ਤੇ ਉਹਦੇ ਵਿੱਚ ਵੀ ਉਹ ਸਵਾਰਿਆਪਣ ਹੁੰਦਾ। ਹੁਣ ਕੀ ਕੋਈ ਬੰਦਾ ਅਕਾਲ ਪੁਰਖ ਦੀ, ਵਾਹਿਗੁਰੂ ਦੀ ਉੱਚੀ ਅਵਸਥਾ ਤੱਕ, ਪ੍ਰਾਪਤੀ ਤੱਕ ਪਹੁੰਚ ਜਾਵੇ ਤੇ ਉਹਦੇ ਬੋਲ ਚਾਲ, ਜੀਵਨ ਦੇ ਢੰਗ ਦੇ ਵਿੱਚ ਕੋਈ ਤਬਦੀਲੀ ਨਾ ਆਵੇ? ਕੀ ਇਹ ਹੋ ਸਕਦਾ ਹੈ? ਸਾਨੂੰ ਤਾਂ ਇਹੀ ਕੁਝ ਸਿਖਾਇਆ ਜਾਂਦਾ ਰਿਹਾ ਹੈ ਪੁਰਾਣਿਕ ਕਹਾਣੀਆਂ ਦੇ ਦੁਆਰਾ। ਮੈਂ ਦੋ ਐਗਜ਼ਾਮਪਲਸ ਆਪ ਜੀ ਦੇ ਸਾਹਮਣੇ ਰੱਖਦਾ ਹਾਂ ਕਿ ਇੱਕੋ ਵਿਅਕਤੀ ਹੈ ਜਿਹਦਾ ਆਨੰਦ ਦਾ ਜੀਵਨ ਹੈ, ਉਹ ਹੈ ਭਾਈ ਕਨਈਆ ਜੀ। ਉਹਨਾਂ ਦੀ ਸਾਖੀ ਆਪਾਂ ਸਾਰੇ ਜਾਣਦੇ ਹਾਂ, ਉਹਦੇ ਵਿਸਥਾਰੇ ਜਾਣ ਦੀ ਲੋੜ ਨਹੀਂ ਹੈ। ਜਿਸ ਵਿਅਕਤੀ ਨੇ ਪ੍ਰਭੂ ਦੇ ਨਾਲ ਜਿਸ ਦਾ ਮਿਲਾਪ ਹੈ, ਜਿਹਦੀ ਆਨੰਦ ਦੀ ਅਵਸਥਾ ਹੈ, ਉਹਦਾ ਸ਼ਬਦ ਸੱਚਾ, ਤਿਨਕਾ ਸ਼ਬਦ ਸੱਚਾ ਸਵਾਰਿਆ ਦੀ ਅਵਸਥਾ ਕੀ ਹੈ ਕਿ ਉਹਦੀ ਨਜ਼ਰ ਦੇ ਵਿੱਚ ਹੀ ਤਬਦੀਲੀ ਆ ਗਈ ਹੈ। ਆਮ ਸਾਡੇ ਵਰਗੇ ਵੀ ਧਾਰਮਿਕ ਰਸਤੇ ਦੇ ਉੱਤੇ ਤੁਰਨ ਦਾ ਦਾਅਵਾ ਕਰਨ ਵਾਲੇ ਲੋਕ ਵੀ ਜਿਹੜੇ ਹਨ, ਉਹਨਾਂ ਨੂੰ ਵੀ ਉਹ ਚੀਜ਼ ਨਹੀਂ ਦਿਸੀ ਜਿਹੜੀ ਭਾਈ ਕਨਈਆ ਜੀ ਨੂੰ ਦਿਸਦੀ। ਉਹਨਾਂ ਨੂੰ ਹਰ ਦੁਸ਼ਮਣ ਤੇ ਮਿੱਤਰ, ਸਾਥੀ, ਪਿਆਰਾ ਤੇ ਪਰਾਇਆ, ਆਪਣਾ ਸਭ ਫਰਕ ਮਿਟ ਗਏ ਉਹਨਾਂ ਦੇ। ਉਹਨਾਂ ਨੂੰ ਹਰ ਇੱਕ ਵਿੱਚੋਂ ਹੀ ਉਸ ਅਕਾਲ ਪੁਰਖ ਦੇ ਦਰਸ਼ਨ ਹੋਣੇ ਸ਼ੁਰੂ ਹੋ ਗਏ। ਇਹ ਆਨੰਦ ਦੀ ਅਵਸਥਾ ਹੈ। ਔਰ ਸਤਿਗੁਰੂ ਸਾਹਿਬ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਨੇ ਉਹਨਾਂ ਦਾ ਸਤਿਕਾਰ ਕੀਤਾ ਤੇ ਬਾਕੀਆਂ ਨੂੰ ਵੀ ਸਮਝਾਇਆ ਕਿ ਭਾਈ ਇਹ ਅਵਸਥਾ ਹੈ ਇੱਕ ਪ੍ਰਭੂ ਨਾਲ ਮਿਲਾਪ ਵਾਲੇ ਵਿਅਕਤੀ ਦੀ। ਦੂਜੇ ਪਾਸੇ ਸਾਨੂੰ ਵੱਡੇ ਵੱਡੇ ਰਿਸ਼ੀ, ਮੁਨੀ, ਯੋਗੀ ਜਿਹੜੇ ਵੱਡੀਆਂ ਵੱਡੀਆਂ ਪ੍ਰਾਪਤੀਆਂ ਕਰ ਚੁੱਕੇ ਹੁੰਦੇ ਹਨ, ਉਹਨਾਂ ਦੀਆਂ ਕਹਾਣੀਆਂ ਵੀ ਸੁਣਾਈਆਂ ਜਾਂਦੀਆਂ ਹਨ। ਟੂਕ ਮਾਤਰ ਅਸੀਂ ਇੱਕ ਉਦਾਹਰਨ ਲੈ ਲਈਏ ਦੁਰਵਾਸਾ ਰਿਸ਼ੀ ਦੀ, ਜਿਹਦੇ ਬਾਰੇ ਕਿਹਾ ਜਾਂਦਾ ਕਿ ਉਹਨੇ ਇੰਨੀਆਂ ਤਪੱਸਿਆਵਾਂ, ਇੰਨੀ ਸਾਧਨਾ ਕੀਤੀ ਕਿ ਉਹਨੂੰ ਵਾਕ ਸੱਤਾ ਹਾਸਲ ਸੀ। ਉਹ ਜੇ ਕਿਸੇ ਨੂੰ ਸ਼ਰਾਪ ਦੇ ਦਿੰਦਾ ਸੀ ਤੇ ਸ਼ਰਾਪ ਪੂਰਾ ਹੋ ਜਾਂਦਾ ਸੀ। ਪਰ ਉਹਦੀ ਨਜ਼ਰ ਦਾ ਤੇ ਭਾਈ ਕਨਈਆ ਦੀ ਨਜ਼ਰ ਦਾ ਅਸੀਂ ਮੁਕਾਬਲਾ ਕਰਕੇ ਵੇਖ ਲਈਏ ਕਿ ਉਹ ਵਿਅਕਤੀ ਜਿਹਨੂੰ ਮਾੜੀ ਜਿਹੀ ਗੱਲ ਤੇ ਵੀ ਇੰਨਾ ਗੁੱਸਾ ਚੜ ਜਾਂਦਾ ਸੀ ਕਿ ਸ਼ਰਾਬਾਂ ਦੀ ਝੜੀ ਲਾ ਲੈਂਦਾ ਸੀ, ਕਿ ਉਹਦੇ ਅੰਦਰ ਆਨੰਦ ਸੀ, ਕਿ ਉਹਦੇ ਅੰਦਰ ਪ੍ਰਭੂ ਮਿਲਾਪ ਦਾ ਆਨੰਦ ਸੀ। ਇਹ ਭਾਈ ਕਨਈਆ ਜੀ ਦੇ ਅੰਦਰ ਉਹ ਮਿਲਾਪ ਦਾ ਆਨੰਦ ਸੀ। ਤੋ ਇਉਂ ਸਤਿਗੁਰੂ ਜੀ ਕਹਿ ਰਹੇ ਹਨ ਕਿ ਜਿਨ੍ਹਾਂ ਦੇ ਅੰਦਰ ਗਿਆਨ ਆ ਗਿਆ, ਪਾਪ ਮਿਟ ਗਏ, ਅੰਦਰੋਂ ਮੋਹ ਟੁੱਟ ਗਿਆ ਇਸ ਰਚਨਾ ਦਾ, ਪਰਿਵਾਰ ਦਾ, ਸੰਗੀਆਂ ਸਾਥੀਆਂ ਦਾ, ਤਿਨਕਾ ਸ਼ਬਦ ਸੱਚਾ ਸਵਾਰਿਆ, ਉਹਨਾਂ ਦੀ ਹਰ ਗੱਲ ਦੇ ਵਿੱਚੋਂ ਹੀ ਉਹ ਪ੍ਰਭੂ ਮਿਲਾਪ ਦੀ ਝਲਕ ਪੈਂਦੀ ਹੈ। ਉਹਨਾਂ ਦੀ ਹਰ ਗੱਲ, ਹਰ ਹਰਕਤ, ਸਰੀਰ ਦੀ ਹਰ ਹਰਕਤ ਦੇ ਵਿੱਚੋਂ ਹੀ ਉਸ ਅਕਾਲ ਪੁਰਖ ਦੇ ਨਾਲ ਮਿਲਾਪ ਦੇ ਦਰਸ਼ਨ ਹੋ ਜਾਂਦੇ ਹਨ। ਇਹੀ ਅਰਥ ਹੈ ਤਿਨਕਾ ਸ਼ਬਦ ਸੱਚਾ ਸਵਾਰਿਆ। ਹੁਣ ਸਤਿਗੁਰੂ ਅੱਗੇ ਕਹਿ ਰਹੇ ਹਨ ਕਿ ਇਹ ਆਨੰਦ ਹੈ। ਆਨੰਦ ਨੂੰ ਕੁਝ ਹੋਰ ਨਾ ਸਮਝ ਲਿਓ ਕਿ ਸ਼ਾਇਦ ਸੰਗੀਤ ਹੀ ਸੁਣਨਾ ਸ਼ੁਰੂ ਹੋ ਜਾਂਦਾ ਹੈ ਸਾਨੂੰ, ਜਾਂ ਪਤਾ ਨਹੀਂ ਸਾਡੇ ਜਿਵੇਂ ਅਸੀਂ ਦੁਨਿਆਵੀ ਚੀਜ਼ਾਂ ਦਾ ਸਵਾਦ ਲੈ ਕੇ ਕਹਿ ਦਿੰਦੇ ਹਾਂ ਸਾਨੂੰ ਆਨੰਦ ਆ ਗਿਆ, ਬਸ ਉਹ ਆਨੰਦ ਹੀ ਆਨੰਦ ਹੈ। ਇਹ ਲੱਛਣ ਜਦ ਤੱਕ ਨਹੀਂ ਹਨ, ਉਹ ਆਨੰਦ ਨਹੀਂ ਹੈ ਜੋ ਸਤਿਗੁਰੂ ਜੀ ਕਹਿ ਰਹੇ ਹਨ ਆਨੰਦ ਗੁਰ ਤੇ ਜਾਣੇ। ਪਰ ਇਹ ਪ੍ਰਾਪਤ ਕਿਸ ਨੂੰ ਹੋਵੇ? ਬਾਬਾ ਜਿਸ ਤੋਂ ਦੇ ਸੋਈ ਜਨ ਪਾਵੇ। ਪਾਵੇ ਤਾਂ ਸੋ ਜਨ ਦੇ ਜਿਸਨੋਂ, ਹੋਰ ਕਿਆ ਕਰੇ ਵਿਚਾਰਿਆ, ਇੱਕ ਭਰਮ ਭੁੱਲੇ ਫਿਰੈ ਦਹਿੰਦਿਸ। ਇੱਕ ਨਾਮ ਲਾਗ ਸਵਾਰਿਆ, ਗੁਰ ਪ੍ਰਸਾਦੀ ਮਨ ਭਇਆ ਨਿਰਮਲ, ਜਿੰਨਾ ਭਾਣਾ ਭਾਵੈ। ਕਹੇ ਨਾਨਕ ਜਿਸ ਦੇ ਪਿਆਰੇ, ਸੋਈ ਜਨ ਪਾਵੇ। ਹੁਣ ਸਤਿਗੁਰੂ ਜੀ ਨੇ ਦੋ ਹਿੱਸਿਆਂ ਦੇ ਵਿੱਚ ਵੰਡ ਦਿੱਤਾ ਸਾਨੂੰ ਸਾਰਿਆਂ ਨੂੰ। ਇੱਕ ਭਰਮ ਭੁੱਲੇ ਫਿਰੈ ਦਹਿੰਦਿਸ, ਤੇ ਦੂਜਾ ਹਿੱਸਾ ਹੋ ਗਿਆ, ਇੱਕ ਦੂਜੀ ਕੈਟੇਗਰੀ ਸਤਿਗੁਰੂ ਜੀ ਨੇ ਬਣਾ ਦਿੱਤੀ, ਇੱਕ ਨਾਮ ਲਾਗ ਸਵਾਰੇ। ਇਹ ਕੌਣ ਹਨ? ਜਿਹਨੂੰ ਉਹ ਅਕਾਲ ਪੁਰਖ ਆਪ ਕਿਰਪਾ ਕਰਕੇ ਬਖਸ਼ਦਾ ਹੈ, ਮਿਹਰ ਕਰਦਾ ਹੈ। ਬਾਬਾ ਜਿਸ ਤੋਂ ਦੇ ਸੋਈ ਜਨ ਪਾਵੇ। ਜਿਹੜਾ ਇਹ ਨਾਮ ਲਾਗ ਸਵਾਰਿਆ ਨਹੀਂ ਹੈ, ਉਹ ਅਵਸਥਾ ਹੈ ਇੱਕ ਭਰਮ ਭੁੱਲੇ ਫਿਰੈ ਦਹਿੰਦਿਸ ਦੀ, ਜਾਂ ਹੋਰ ਕਿਆ ਕਰੇ ਵਿਚਾਰਿਆ, ਇੱਕ ਵਿਚਾਰੇਪਨ ਦੀ ਅਵਸਥਾ ਹੈ, ਭਟਕਣ ਹੈ।
ਭਰਮ ਭੁੱਲੇ ਫਿਰੈਂਦਾ ਹੈ। ਹੁਣ ਇਹ ਇੱਕ ਆਨੰਦ ਦੇ ਮਿਲਣ ਦੀ ਅਵਸਥਾ ਹੈ, ਇੱਕ ਭਟਕਣ ਦੀ ਅਵਸਥਾ ਹੈ, ਵਿੱਚ ਵਿਚਾਲੇ ਹੋਰ ਕੋਈ ਅਵਸਥਾ ਨਹੀਂ ਸਤਿਗੁਰੂ ਸਾਨੂੰ ਦੱਸ ਰਿਹਾ। ਜਾਂ ਅਸੀਂ ਆਨੰਦ ਵਿੱਚ ਹਾਂ ਜਾਂ ਭਟਕਣ ਦੇ ਵਿੱਚ। ਜੇ ਆਨੰਦ ਹੈ ਤਾਂ ਉਹਦੇ ਵਿੱਚ ਕੀ ਹੈ ਕਿ ਗੁਰ ਪ੍ਰਸਾਦੀ, ਗੁਰੂ ਦੀ ਮਿਹਰ ਹੈ, ਗੁਰੂ ਨਾਲ ਮਿਲਾਪ ਹੈ। ਤੇ ਗੁਰੂ ਨਾਲ ਮਿਲਾਪ, ਗੁਰੂ ਦੇ ਨਾਲ ਸਮਰਪਣ, ਗੁਰੂ ਦੀ ਸਿੱਖਿਆ ਦੇ ਅੱਗੇ ਸਮਰਪਣ ਹੋਣ ਕਰਕੇ ਮਨ ਭਇਆ ਨਿਰਮਲ। ਫਿਰ ਮਨ ਨਿਰਮਲ ਹੈ, ਮਨ ਦੇ ਵਿੱਚੋਂ ਸਾਰੀਆਂ ਮੈਲਾਂ ਨਿਕਲ ਗਈਆਂ ਹਨ, ਸਭ ਮੈਲ ਨਿਕਲ ਚੁੱਕੀ ਹੈ ਤੇ ਮਨ ਨਿਰਮਲ ਹੋ ਚੁੱਕਾ ਹੈ। ਹੁਣ ਇਹ ਕਦੋਂ ਹੁੰਦਾ ਹੈ? ਜਿਸ ਦੇ ਉੱਤੇ ਬਾਬਾ ਜਿਸ ਤੋਂ ਦੇ ਸੋਈ ਜਨ ਪਾਵੇ, ਪਾਵੇ ਤਾਂ ਸੋ ਜਨ ਦੇ ਜਿਸ ਨੂੰ ਹੋਰ ਕਿਆ ਕਰੇ ਵਿਚਾਰ। ਜਦੋਂ ਤੂੰ ਦੇ ਦਿੰਦਾ ਹੈ, ਜਦੋਂ ਤੇਰੀ ਮਿਹਰ ਦੇ ਅਸੀਂ ਪਾਤਰ ਬਣ ਜਾਂਦੇ ਹਾਂ, ਜਿਹੜਾ ਮਿਹਰ ਦਾ ਪਾਤਰ ਬਣ ਗਿਆ ਉਹਨੂੰ ਗੁਰੂ ਦੀ ਸ਼ਰਨ ਮਿਲ ਗਈ, ਗੁਰੂ ਦੀ ਮਿਹਰ ਪ੍ਰਾਪਤ ਹੋ ਗਈ, ਉਹਦਾ ਜੀਵਨ ਨਿਰਮਲ ਹੋ ਗਿਆ ਤੇ ਫਿਰ ਉਹਦਾ ਜੀਵਨ ਸਵਰ ਗਿਆ ਉਸ ਪ੍ਰਭੂ ਦੇ ਨਾਮ ਦੇ ਨਾਲ ਜੁੜ ਕੇ। तो फिर अगे सतगुरु जी एक बड़ी विशेष गल इत्थे कह रहे हैं, जिन्ना भाना भाव है। भाना का अर्थ है रजा। जिन्होंने भाना भावन लग जाता है, रजा चंगी लगन लग जाती है, किसदी? गुरु दी। गुरु दी रजा ते प्रभु दी रजा विच दरअसल तो फर्क नहीं है, क्योंकि गुरु भी सानू अपने उपदेश राही उत्थे ही लैके जाता है जिथे असीं उस प्रभु की रजा दे विच चलन जोगे हो जाइए, प्रभु की रजा सानू चंगी लगनी शुरू हो जाए। हुण इत्थे सतगुरु जी कह रहे हैं, गुर प्रसादी मन भया निर्मल जिन्ना भाना भावे। जिन्हां नूं गुरु की सिक्ख्या, गुरु की रजा, गुरु का उपदेश, गुरु का शब्द चंगा लगना शुरू हो गया तो फिर उन्हां दी ये अवस्था आ जाती है। तो सतगुरु जी किरपा के पात्र बनने की गल इहदे विच बार-बार कर रहे हैं। एक तो बाबा जिस तों दे सोई जन पावे, एक तो उत्थे किरपा की गल सतगुरु जी कर रहे हैं कि अकाल पुरख की किरपा होवे ते गुरु की शरण प्राप्त होंदी है। जे नहीं होंदी तो फिर एक भरम भुले फिरैंदा इस वाली अवस्था विच ही असीं तुरे फिरदे रहिंदे हां। ते दूजी गल सतगुरु जी ने कहा है कि जिन्ना भाना भावे। जदों गुरु की गल जिहड़ी है, गुरु की रजा है, गुरु की सिक्ख्या है, गुरु का शब्द भाना है जो ओदा, वो चंगा लगना शुरू हो जाता। और भी थावां ते सतगुरु जी ने सानू उपदेश दिता है कि मन मेरे सतगुर के भाना चल। तो उस तरह ही सतगुरु जी इत्थे भी कह रहे हैं कि जिन्हां नूं गुरु दे भाणे दे विच चलना चंगा लगन लग गया, उन्हां दा जीवन की हो गया? एक नाम लाग सवारिया। तो सतगुरु जी ने इत्थे सानू जिहड़ी गल समझा रहे हैं कि ओदी अकाल पुरख की किरपा दे पात्र बनन दे असीं यतन करदे हां। ते जदों ਅਸੀਂ ਅਕਾਲ ਪੁਰਖ ਦੀ ਕਿਰਪਾ ਦੇ ਨਾਲ ਗੁਰੂ ਦੀ ਸ਼ਰਨ ਵਿੱਚ ਜਾਈਏ ਤਾਂ ਫਿਰ ਗੁਰੂ ਦੀ ਸ਼ਰਨ ਨੂੰ ਇਉਂ ਅਸੀਂ ਫੁੱਲ ਚੜਾਉਣੇ ਹਨ ਕਿ ਹਰ ਗੁਰੂ ਦਾ ਹੁਕਮ ਜਿਹੜਾ ਹੈ ਉਹ ਸਾਡੇ ਵਾਸਤੇ ਇੱਕ ਭਾਣੇ ਦਾ ਦਰਜਾ ਰੱਖੇ, ਸਾਨੂੰ ਚੰਗਾ ਲੱਗੇ। ਪਰ ਸਤਿਗੁਰੂ ਜੀ ਕਹਿ ਰਹੇ ਹਨ ਇੱਥੇ ਜਿਹੜੀ ਗੱਲ ਸਾਨੂੰ ਬਾਰ-ਬਾਰ ਸਮਝਾ ਰਹੇ ਹਨ, ਹੁਣ ਤੱਕ ਜਿੰਨੀਆਂ ਪੌੜੀਆਂ ਆਪਾਂ ਪੜ੍ਹੀਆਂ ਹਨ, ਕਿ ਜਦੋਂ ਤੱਕ ਅਸੀਂ ਅਕਾਲ ਪੁਰਖ ਦੇ ਨਾਲ ਜੁੜੇ ਹੋਏ ਹਾਂ ਉਦੋਂ ਤੱਕ ਹੀ ਅਸੀਂ ਉਹਦੇ ਪ੍ਰੇਮ ਦੇ ਵਿੱਚ ਹਾਂ, ਸਾਡੀ ਲਿਵ ਉੱਥੇ ਜੁੜੀ ਹੋਈ ਹੈ, ਉਦੋਂ ਤੱਕ ਹੀ ਅਸੀਂ ਆਨੰਦ ਤੱਕ ਪਹੁੰਚ ਸਕਦੇ ਹਾਂ। ਜੇ ਅਸੀਂ ਅਕਾਲ ਪੁਰਖ ਦੀ ਰਚਨਾ ਦੇ ਨਾਲ ਨਹੀਂ ਮਤਲਬ ਜੁੜ ਕੇ ਉਹਨੂੰ ਮਾਇਆ ਦਾ ਰੂਪ ਲੈ ਲਿਆ, ਉਹਨੂੰ ਮਾਇਆ ਸਮਝ ਬੈਠੇ ਹਾਂ, ਤਾਂ ਫਿਰ ਇਹ ਗੱਲ ਨਹੀਂ ਬਣਦੀ। तो इस करके सानू सतगुरु जी अगली पौड़ी दे विच उपदेश दे रहे हैं कि आवो संत प्यारिओ अकथ की करा कहानी। करा कहानी अकथ केरी कित द्वारा पाइए, तन मन धन सब सौंप गुर को हुक्म मन्ने। हुक्म मन्निओ गुरु केरा, गावो सच्ची बाणी, कहे नानक सुनो संतो, कथियो अकथ कहानी। ਜਿਹੜੀ ਸਤਿਗੁਰੂ ਜੀ ਨੇ ਪਿੱਛੇ ਸ਼ਬਦ ਵਰਤਿਆ ਸੀ ਨਾ ਕਿ ਜਿੰਨਾ ਭਾਣਾ ਭਾਵ ਹੈ, ਉਸ ਦੀ ਪੂਰੀ ਵਿਆਖਿਆ ਸਤਿਗੁਰੂ ਜੀ ਨੇ ਇਸ ਪੌੜੀ ਦੇ ਵਿੱਚ ਕਰ ਦਿੱਤੀ। ਆਓ ਉਸ ਅਕਾਲ ਪੁਰਖ ਅਕਥ ਜੋ ਹੈ ਉਹਦੇ ਗੁਣ ਗਾਈਏ, ਅਕਥ ਕੀ ਕਰਾਂ ਕਹਾਣੀ। ਆਓ ਮੇਰੇ ਪਿਆਰਿਓ ਉਹਦੇ ਗੁਣ ਗਾਈਏ, ਪਰ सवाल यह है कि कित द्वारा पाइए मिलाप की अवस्था, आनंद की अवस्था असीं पाइए तो किस ढंग नाल पाइए।
ਸਤਿਗੁਰੂ ਜੀ ਉਸੇ ਗੱਲ ਦੀ ਵਿਆਖਿਆ ਜਿਹੜੀ ਕਰ ਰਹੇ ਹਨ ਕਿ ਇਹੀ ਰਸਤਾ ਹੈ ਗੁਰੂ ਦੇ ਅੱਗੇ ਸਭ ਕੁਝ ਅਰਪਣ ਕਰ ਦੇਣਾ, ਜਿੰਨਾ ਭਾਣਾ ਭਾਵੈ ਗੁਰ ਪ੍ਰਸਾਦੀ ਮਨ ਭਇਆ ਨਿਰਮਲ, ਜਿੰਨਾ ਭਾਣਾ ਭਾਵੈ। ਇਹ ਭਾਣਾ ਪਾਉਣ ਦੀ ਵਿਆਖਿਆ ਸਤਿਗੁਰੂ ਕਰ ਰਹੇ ਹਨ ਕਿ ਤਨ ਮਨ ਧਨ ਸਭ ਸੌਂਪ ਗੁਰ ਕੋ ਹੁਕਮ ਮੰਨਿਆ ਪਾਏ। ਹੁਣ ਇਹ ਸਤਿਗੁਰੂ ਜੀ ਸਾਨੂੰ ਸਮਝਾ ਕੇ ਰਹੇ ਹਨ ਕਿ ਗੁਰੂ ਦਾ ਹੁਕਮ ਮੰਨਣਾ ਹੈ। ਹੁਕਮ ਮੰਨਿਓ ਗੁਰੂ ਕੇਰਾ, ਗਾਵੋ ਸੱਚੀ ਬਾਣੀ। ਇਹ ਦੋ ਪੰਕਤੀਆਂ ਦੇ ਸਤਿਗੁਰੂ ਜੀ ਨੇ ਸਾਨੂੰ ਮੁੱਖ ਉਪਦੇਸ਼ ਦੇ ਦਿੱਤਾ ਕਿ ਉਸ ਅਕਾਲ ਪੁਰਖ ਨਾਲ ਅਗਰ ਜੁੜਨਾ ਹੈ, ਉਹਦੀ ਗੁਣ ਗਾਉਣੇ ਹਨ, ਉਹਦੀ ਸਿਫਤ ਸਲਾਹ ਕਰਨੀ ਹੈ, ਤਾਂ ਸਤਿਗੁਰੂ ਕਹਿ ਰਹੇ ਹਨ ਕਿ ਉਹਦਾ ਇੱਕੋ ਹੀ ਰਸਤਾ ਹੈ ਕਿ ਗੁਰੂ ਦੀ ਸ਼ਰਨ ਪੈ ਜਾ। ਉਹਦੇ ਵਿੱਚ ਫਿਰ ਕੁਝ ਬਾਕੀ ਨਹੀਂ ਬਚਣਾ ਚਾਹੀਦਾ, ਤੇਰੇ ਜੀਵਨ ਦਾ ਕੁਝ ਵੀ ਬਾਕੀ ਨਹੀਂ ਬਚਣਾ ਚਾਹੀਦਾ। ਅਸੀਂ ਆਮ ਕਹਿੰਦੇ ਹਾਂ ਕਿ ਤਨ ਮਨ ਧਨ, ਜਦੋਂ ਇਹ ਤਿੰਨ ਚੀਜ਼ਾਂ ਦਾ ਅਸੀਂ ਜ਼ਿਕਰ ਕਰ ਦਿੰਦੇ ਹਾਂ ਤਾਂ ਫਿਰ ਜੀਵਨ ਵਿੱਚ ਸਾਡੇ ਬਾਕੀ ਕੁਝ ਨਹੀਂ ਬਚਦਾ। ਤਨ ਸਾਡਾ ਹੈ, ਮਨ ਹੈ, ਤੇ ਅਸੀਂ ਜੋ ਕਮਾਈ ਕੀਤੀ ਹੁੰਦੀ ਹੈ ਦੁਨਿਆਵੀ ਤੌਰ ਦੇ ਉੱਤੇ, ਜੋ ਕੁਝ ਵੀ ਅਸੀਂ ਇਕੱਠਾ ਕੀਤਾ ਹੈ, ਜੋ ਵੀ ਸਾਡੀ ਸੰਪਤੀ ਹੈ ਉਹ ਧਨ ਦੇ ਵਿੱਚ ਆ ਜਾਂਦੀ ਹੈ। ਤੇ ਉਸ ਤੋਂ ਇਲਾਵਾ ਅਗਰ ਅਸੀਂ ਦੇਖੀਏ ਤਾਂ ਸਾਡੇ ਕੋਲ ਕੁਝ ਵੀ ਨਹੀਂ ਹੈ। ਤੋ ਤਨ ਮਨ ਧਨ ਸਭ ਸੌਂਪ ਗੁਰ ਕੋ। ਭਾਵ ਕਹਿਣ ਤੋਂ ਇਹ ਹੈ, ਇਹਦਾ ਅਰਥ ਤਨ ਮਨ ਤੇ ਧਨ ਦੀ ਵਿਆਖਿਆ ਵਿੱਚ ਜਾਣ ਦੀ ਲੋੜ ਨਹੀਂ। ਇਹ ਤਿੰਨਾਂ ਸ਼ਬਦਾਂ ਦਾ ਅਰਥ ਹੈ ਕਿ ਜੋ ਕੁਝ ਵੀ ਤੇਰੇ ਕੋਲ ਹੈ, ਜੋ ਕੁਝ ਵੀ ਤੂੰ ਹੈ, ਜੋ ਕੁਝ ਤੇਰਾ ਆਪਣਾ ਆਪ ਹੈ, ਕੁਝ ਵੀ ਬਾਕੀ ਨਹੀਂ ਹੈ, ਸਭ ਕੁਝ ਗੁਰੂ ਦੇ ਅਰਪਣ ਕਰ ਦੇ। ਸਭ ਕੁਝ ਗੁਰੂ ਦੇ ਅੱਗੇ ਤੂੰ ਬਿਲਕੁਲ ਨਤਮਸਤਕ ਹੋ ਜਾ, ਉਹਦੇ ਹੁਕਮ ਦੇ ਵਿੱਚ ਚੱਲਣਾ ਸ਼ੁਰੂ ਕਰ। ਹੁਕਮ ਮੰਨਿਆ ਭਾਈ। ਹੁਣ ਉਹਦਾ ਹੁਕਮ ਜਿਹੜਾ ਮੰਨਣਾ ਹੈ, ਉਹੀ ਜਿਹੜਾ ਹੈ ਉਹ ਕੀ ਹੈ, ਅਕਾਲ ਪੁਰਖ ਤੱਕ ਪਹੁੰਚਣ। ਕਿਉਂਕਿ ਜਿਹੜੀ ਦੂਜੀ ਪੰਕਤੀ ਦੇ ਸਤਿਗੁਰੂ ਜੀ ਨੇ ਕਿਹਾ ਕਿਤ ਦੁਆਰਾ ਪਾਈ ਹੈ, ਤੇ ਇੱਥੇ ਸਤਿਗੁਰੂ ਜੀ ਕਹਿ ਰਹੇ ਹਨ ਹੁਕਮ ਮੰਨਿਆ ਪਾਈ ਹੈ। ਉਸ ਪ੍ਰਭੂ ਮਿਲਾਪ ਨੂੰ, ਆਨੰਦ ਦੀ ਅਵਸਥਾ ਨੂੰ ਕਿਵੇਂ ਪਾਇਆ ਜਾਵੇ, ਇਹ ਸਤਿਗੁਰੂ ਜੀ ਨੇ ਪਹਿਲਾਂ ਸਵਾਲੀਆ ਨਿਸ਼ਾਨ ਸਾਡੇ ਅੱਗੇ ਖੜਾ ਕਰਕੇ ਸਾਨੂੰ ਸਮਝਾਉਣ ਵਾਸਤੇ ਸਵਾਲ ਪੁੱਛਿਆ ਹੈ, ਤੇ ਫਿਰ ਉਹਦਾ ਜਵਾਬ ਦਿੱਤਾ ਕਿ ਜਦੋਂ ਗੁਰੂ ਦੇ ਅੱਗੇ ਸਭ ਕੁਝ ਸੌਂਪ ਕੇ ਉਹਦਾ ਹੁਕਮ ਮੰਨਣਾ ਸ਼ੁਰੂ ਕਰ ਦੇਗਾ, ਕਿਤ ਦੁਆਰਾ ਪਾਈਏ ਦਾ ਜਵਾਬ ਬਸ ਇੰਨਾ ਹੀ ਹੈ। ਤਾਂ ਗੁਰੂ ਦਾ ਹੁਕਮ ਮੰਨ, ਗਾਵੋ ਸੱਚੀ ਬਾਣੀ। ਭਾਵ ਜਿਹੜੀ ਉਸ ਪ੍ਰਭੂ ਦੀ ਸਿਫਤ ਸਲਾਹ ਦੀ ਬਾਣੀ ਹੈ ਗੁਰੂ ਦੀ, ਉਹਨੂੰ ਗਾ, ਉਹਦੇ ਵਿੱਚ ਮਨ ਲਗਾ। ਇਹੀ ਗੁਰੂ ਦੇ ਹੁਕਮ ਨੂੰ ਮੰਨਣ ਦੀ ਗੱਲ ਹੈ। ਇਹੀ ਗੁਰੂ ਦੇ ਅੱਗੇ ਤਨ ਮਨ ਧਨ ਸਭ ਸੌਂਪ। ਇਹ ਅਵਸਥਾ ਹੈ ਜਦੋਂ ਗੁਰੂ ਦੀ ਬਾਣੀ, ਗੁਰੂ ਦੀ ਸਿੱਖਿਆ ਨੂੰ ਗਾਉਣਾ ਸ਼ੁਰੂ ਕਰ ਦੇਗਾ, ਸਮਝਣਾ ਸ਼ੁਰੂ ਕਰ ਦੇਗਾ, ਉਹਦੇ ਤੇ ਅਮਲ ਕਰਨਾ ਸ਼ੁਰੂ ਕਰ ਦੇਗਾ, ਤੇ ਫੇਰ ਤੇਰੀ ਉਹ ਅਵਸਥਾ ਆਣੀ ਹੈ ਜਿਹੜੀ ਸਤਿਗੁਰੂ ਜੀ ਨੇ ਸ਼ੁਰੂ ਵਿੱਚ ਤੇ ਅਖੀਰ ਵਿੱਚ ਗੱਲ ਕੀਤੀ ਹੈ ਕਿ ਆਵੋ ਸੰਤ ਪਿਆਰਿਓ ਅਕਥ ਕੀ ਕਰਾਂ ਕਹਾ। ਇਹ ਜਿਹੜੀ ਕਹਾਣੀ ਹੈ ਉਹਦੀ ਸਿਫਤ ਸਲਾਹ ਦੀ, ਕਿਸ ਦੀ? ਅਕਥ ਪ੍ਰਭੂ ਦੀ, ਜਿਹੜਾ ਕਿ ਸਾਡੇ ਸ਼ਬਦਾਂ ਤੋਂ ਪਰੇ ਹੈ। ਉਹਦੀ ਬਣਤਰ ਦੀ, ਉਹਦੀ ਸਿਫਤ ਸਲਾਹ ਦੀ ਜਿਹੜੀ ਗੱਲ ਹੈ, ਉਹਦੇ ਗੁਣ ਗਾਉਣ ਦੀ ਗੱਲ ਹੈ। ਇਹ ਕਰ, ਪਰ ਇਹ ਕਰਨ ਦਾ ਰਸਤਾ ਕੀ ਹੈ? ਗੁਰੂ ਦੇ ਅੱਗੇ ਪੂਰੀ ਤਰ੍ਹਾਂ ਸਮਰਪਣ ਕਰਨ ਦੇ ਨਾਲ, ਗੁਰੂ ਅੱਗੇ ਆਪਣਾ ਆਪ ਕੁਰਬਾਨ ਕਰ ਦੇਣ ਦੇ ਨਾਲ, ਗੁਰੂ ਦੇ ਅੱਗੇ ਸਭ ਕੁਝ ਅਰਪਣ ਕਰ ਦੇਣ ਦੇ ਨਾਲ, ਗੁਰੂ ਦੀ ਉਪਦੇਸ਼ ਦੇ ਨਾਲ, ਗੁਰੂ ਦੀ ਬਾਣੀ ਦੇ ਨਾਲ ਜੁੜ ਕੇ ਉਹਦਾ ਹੁਕਮ ਮੰਨਣ ਦੇ ਨਾਲ, ਇਹੀ ਇੱਕੋ ਇੱਕ ਰਸਤਾ ਹੈ ਅਕਾਲ ਪੁਰਖ ਦੀ ਪ੍ਰਾਪਤੀ ਦਾ। ਪਰ ਸਤਿਗੁਰੂ ਅਗਲੀ ਪੌੜੀ ਦੇ ਵਿੱਚ ਜਿਹੜਾ ਸਾਨੂੰ ਅੱਗੋਂ ਫੇਰ ਉਪਦੇਸ਼ ਦੇ ਰਹੇ ਹਨ, ਕੌਸ਼ਨ ਕਰ ਰਹੇ ਹਨ ਕਿ ਇਹ ਮਨ ਚੰਚਲਾ ਚਤਰਾਈ ਕਿਨੈ ਨਾ ਪਾਇਆ। ਚਤਰਾਈ ਨਾ ਪਾਇਆ ਕਿਨੈ, ਤੂੰ ਸੁਣ ਮਨ ਮੇਰੇ। ਇਹ ਮਾਇਆ ਮੋਹਣੀ ਜਿਨ ਏਤ ਭਰਮ ਭੁਲਾਇਆ। ਮਾਇਆ ਤਾਂ ਮੋਹਣੀ ਤਿਨੈ ਕੀਤੀ ਜਿਨ ਠਗੌਲੀ ਪਾਈਆ। ਕੁਰਬਾਨ ਕੀਤਾ ਤਿਸੈ ਵਿਟੋਂ ਜਿਨ ਮੋਹ ਮੀਠਾ ਲਾਇਆ। ਕਹੈ ਨਾਨਕ ਮਨ ਚੰਚਲ ਚਤਰਾਈ ਕਿਨੈ ਨਾ ਪਾਇਆ। ਹੁਣ ਜੇ ਅਕਥ ਪ੍ਰਭੂ ਦੀ ਕਹਾਣੀ ਦੇ ਨਾਲ, ਉਹਦੀ ਸਿਫਤ ਸਲਾਹ ਦੇ ਨਾਲ ਜੁੜਨਾ ਹੈ, ਤਾਂ ਇਹ ਫਿਰ ਜੋ ਸਾਨੂੰ ਚੰਚਲਤਾਈਆਂ ਤੇ ਚਤਰਾਈਆਂ ਛੱਡ ਕੇ ਹੀ ਅਸੀਂ ਅੱਗੇ ਤੁਰ ਸਕਦੇ ਹਾਂ। ਕਿਉਂਕਿ ਚੰਚਲਤਾਈਆਂ ਚਤਰਾਈਆਂ ਸਾਡੇ ਜੀਵਨ ਦਾ ਇੱਕ ਮੁੱਖ ਬਿੰਦੂ ਬਣ ਜਾਂਦਾ ਹੈ। ਅਸੀਂ ਹਰ ਚੀਜ਼ ਨੂੰ ਆਪਣੀ ਚਤਰਾਈ ਦੇ ਨਾਲ ਪ੍ਰਾਪਤ ਕਰਨ ਦੀ ਕੋਸ਼ਿਸ਼ ਕਰਦੇ ਹਾਂ, ਆਪਣੀਆਂ ਸਿਆਣਪਾਂ ਚਤਰਾਈਆਂ ਨੂੰ ਵਰਤਦੇ ਹਾਂ, ਔਰ ਹਮੇਸ਼ਾ ਹੁੰਦੀਆਂ
ਪਰਮਾਰਥ ਦੇ ਰਸਤੇ ਵਿੱਚ ਚਤਰਾਈਆਂ ਜਿਹੜੀਆਂ ਨੇ ਬੜਾ ਘਾਟੇ ਦਾ ਸੌਦਾ ਹੈ। ਚੰਚਲਤਾਈ ਜਿਹੜੀ ਹੈ ਮਨ ਦੀ, ਉਹ ਘਾਟੇ ਦਾ ਸੌਦਾ ਹੈ। ਔਰ ਸਤਿਗੁਰੂ ਜੀ ਸਾਨੂੰ 2 ਪੰਕਤੀਆਂ ਪਹਿਲੀਆਂ ਦੇ ਵਿੱਚ ਇਹੀ ਗੱਲ ਸਮਝਾ ਰਹੇ ਹਨ ਕਿ ਇਹਨਾਂ ਦੇ ਨਾਲ ਤੈਨੂੰ ਕੁਝ ਨਹੀਂ ਮਿਲਣਾ, ਪ੍ਰਾਪਤ ਨਹੀਂ ਹੋਣਾ। ਪਰ ਇੱਕ ਸਵਾਲ ਖੜਾ ਹੋ ਜਾਂਦਾ ਹੈ ਕਿ ਇਹ ਚਤਰਾਈਆਂ ਅਸੀਂ ਕਰਦੇ ਕਿਉਂ ਹਾਂ? ਚਤਰਾਈਆਂ ਅਸੀਂ ਉਦੋਂ ਹੀ ਕਰਦੇ ਹਾਂ, ਇਹ ਮਾਇਆ ਮੋਹਣੀ ਜਿਨ ਏਤ ਭਰਮ ਭੁਲਾਏ। ਸਾਨੂੰ ਮਾਇਆ ਇੰਨੀ ਚੰਗੀ ਲੱਗਦੀ ਹੈ ਤਾਂ ਇਹ ਪ੍ਰਭੂ ਨੇ ਰਚਨਾ ਬਣਾਈ ਸੀ ਸਾਡੀ ਸਹੂਲਤ ਵਾਸਤੇ, ਪਰ ਇਹ ਇੰਨੀ ਚੰਗੀ ਬਣਾਈ ਉਹਨੇ ਕਿ ਇਹ ਬੜੀ ਮੋਹਣੀ ਹੋ ਗਈ ਤੇ ਸਾਡਾ ਮੋਹ ਪੈ ਗਿਆ ਇਹਦੇ ਨਾਲ। ਜਦੋਂ ਇਹਦੇ ਨਾਲ ਸਾਡਾ ਮੋਹ ਪੈ ਗਿਆ, ਫਿਰ ਅਸੀਂ ਇਹਨੂੰ ਪ੍ਰਾਪਤ ਕਰਨ ਲਈ ਸਭ ਕੁਝ ਕਰਦੇ ਹਾਂ। ਠੀਕ ਗਲਤ ਦੀ ਸਾਨੂੰ ਪਛਾਣ ਭੁੱਲ ਜਾਂਦੀ ਹੈ। ਬਸ ਇਹੀ ਹੈ ਭਰਮ ਭੁਲਾਇਆ। ਜਦੋਂ ਮਾਇਆ ਦੇ ਨਾਲ ਸਾਡਾ ਮੋਹ ਪੈ ਜਾਂਦਾ ਤਾਂ ਫਿਰ ਅਸੀਂ ਚਤਰਾਈਆਂ ਦੇ ਵਿੱਚ ਪੈ ਜਾਂਦੇ ਹਾਂ। ਪਰ ਚਤਰਾਈਆਂ ਦੇ ਨਾਲ ਦੁਨੀਆ ਨੂੰ ਤਾਂ ਭਰਮਾ ਸਕਦੇ ਹਾਂ, ਅਕਾਲ ਪੁਰਖ ਨੂੰ ਕਿਵੇਂ ਭਰਮਾਵਾਂ? ਹੋਣਾ ਤਾਂ ਇਹ ਚਾਹੀਦਾ ਸੀ। ਇਹ ਜੋ ਸੁੰਦਰ ਮੋਹਣ ਵਾਲੀ ਮਾਇਆ, ਇਹ ਰਚਨਾ ਜੋ ਹੈ ਅਕਾਲ ਪੁਰਖ ਨੇ ਪੈਦਾ ਕੀਤੀ ਹੈ, ਇਹਨੂੰ ਦੇਖ ਕੇ ਸਾਨੂੰ ਅਕਾਲ ਪੁਰਖ ਦੀ ਯਾਦ ਆਉਂਦੀ, ਕਿਉਂਕਿ ਇਹ ਜੋ ਮੋਹਣੀ ਬਣਾਈ ਹੈ, ਮੋਹਣੀ ਦਾ ਅਰਥ ਤਾਂ ਦੇਖਿਆ ਜਾਏ ਤੇ ਇਹੀ ਹੈ ਨਾ, ਇੰਨੀ ਯੂਜ਼ਫੁਲ ਹੈ, ਇੰਨੀ ਚੰਗੀ ਹੈ, ਸਾਨੂੰ ਇਤਨੀ ਜ਼ਿਆਦਾ ਚੰਗੀ ਲੱਗਣੀ ਸ਼ੁਰੂ ਹੋ ਗਈ ਕਿ ਅਸੀਂ ਇਹਦੇ ਚ ਮਗਨ ਹੋ ਗਏ ਤੇ ਜਿਹਨੇ ਦਿੱਤਾ ਉਹਨੂੰ ਭੁੱਲ ਗਏ, ਇਹਦੇ ਵਿੱਚ ਹੀ ਮਗਨ ਹੋ ਗਏ। ਸਾਨੂੰ ਘਰਾਂ ਦੇ ਵਿੱਚ ਇੱਕ ਬਾਲਕ ਦੀ ਦਾਤ ਵਾਹਿਗੁਰੂ ਬਖਸ਼ਦਾ ਹੈ। ਜਦੋਂ ਬਖਸ਼ਦਾ ਹੈ ਤੇ ਉਹਦਾ ਧੰਨਵਾਦ ਬੜਾ ਕਰਦੇ ਆ, ਪਰ 4 ਦਿਨ ਬਾਅਦ ਉਹਦੇ ਮੋਹ ਵਿੱਚ ਇੰਨੇ ਕੁ ਮਗਨ ਹੋ ਜਾਂਦੇ ਆ ਕਿ ਰੱਬ ਕਿੱਥੇ ਆ ਉਹ ਤੇ ਭੁੱਲ ਹੀ ਜਾਂਦਾ। ਇਹ ਮਾਇਆ ਮੋਹਣੀ ਜਿਨ ਏਤ ਭਰਮ ਭੁਲਾਇਆ, ਫਿਰ ਭਰਮ ਵਿੱਚ ਪੈ ਗਏ। ਸਤਿਗੁਰੂ ਜੀ ਕਹਿੰਦੇ ਮਾਇਆ ਇੰਨੀ ਸੁੰਦਰ ਬਣਾਈ ਹੈ, ਬਣਾਈ ਵੀ ਉਹਨੇ ਹੈ, ਇੰਨੀ ਸੁੰਦਰ ਬਣਾ ਦਿੱਤੀ ਕਿ ਸਾਡੇ ਵਾਸਤੇ ਠਗੌਲੀ ਬਣ ਗਈ, ਸਾਨੂੰ ਭੁਲਾਉਣ ਵਾਲੀ ਚੀਜ਼ ਬਣ ਗਈ, ਭੁਲੇਖਾ ਬਣ ਗਿਆ। ਸਾਨੂੰ ਇਹੋ ਹੀ ਸਭ ਕੁਝ ਠੀਕ ਲੱਗਣਾ ਸ਼ੁਰੂ ਹੋ ਗਿਆ, ਬਾਕੀ ਸਭ ਕੁਝ ਜਿਹੜਾ ਉਹ ਭੁੱਲ ਗਿਆ। ਹੋਣਾ ਤਾਂ ਇਹ ਚਾਹੀਦਾ ਸੀ ਕਿ ਜਿਨੇ ਦਿੱਤਾ ਸੀ ਸਭ ਕੁਝ, ਕੁਰਬਾਨ ਕੀਤਾ ਤਿਸਾ ਵਿਟੋ ਜਿਨ ਮੋਹ ਮਿੱਠਾ ਲਾਇਆ। ਜਿਨੇ ਇੰਨੀ ਸੁੰਦਰ, ਇੰਨੀ ਪਿਆਰੀ, ਇੰਨੀ ਮਿੱਠੀ ਚੀਜ਼ ਦੇ ਦਿੱਤੀ, ਉਹਦਾ ਮੋਹ ਵੀ ਇੰਨਾ ਮਿੱਠਾ ਲੱਗ ਗਿਆ ਸਾਨੂੰ। ਅਸਲੀ ਤਾਂ ਸਾਨੂੰ ਉਹਦੇ ਉੱਤੇ ਕੁਰਬਾਨ ਹੋਣਾ ਚਾਹੀਦਾ ਸੀ, ਪਰ ਅਸੀਂ ਕਰ ਕੀ ਬੈਠੇ ਕਿ ਅਸੀਂ ਇਸ ਮਾਇਆ ਦੇ ਵਿੱਚ ਹੀ ਏਤ ਭਰਮ ਭੁਲਾਇਆ ਸੀ, ਇਹਦੇ ਵਿੱਚ ਹੀ ਮਗਨ ਹੋ ਕੇ ਬੈਠ ਗਏ। ਹੁਣ ਅੰਦਰੋਂ ਸਾਡੇ ਇਸ ਮਾਇਆ ਦੇ ਨਾਲ ਲਗਾਓ ਹੁੰਦਾ ਹੈ, ਅਸੀਂ ਸਭ ਕੁਝ ਇਸ ਮਾਇਆ ਵਾਸਤੇ ਕਰਨ ਲਈ ਤਿਆਰ ਹੁੰਦੇ ਹਾਂ, ਪਰ ਜਦੋਂ ਸਾਡੇ ਮਨ ਦੇ ਵਿੱਚ ਇੱਛਾ ਪੈਦਾ ਹੁੰਦੀ ਹੈ ਕਿ ਨਹੀਂ, ਪ੍ਰਭੂ ਦੀ ਪ੍ਰਾਪਤੀ ਕਰਨੀ ਹੈ, ਧਰਮ ਦੇ ਆਤਮਿਕ ਤਰੱਕੀ ਦੇ ਰਸਤੇ ਉੱਤੇ ਚੱਲਣਾ ਹੈ, ਤਾਂ ਫਿਰ ਅਸੀਂ ਕੋਈ ਇਹੋ ਜਿਹਾ ਰਾਹ ਲੱਭਦੇ ਹਾਂ ਜਿਹਦੇ ਵਿੱਚ ਸਾਡਾ ਇਹ ਜੋ ਪਿਆਰ ਹੈ, ਮੋਹ ਹੈ, ਉਹ ਵੀ ਬਣਿਆ ਰਵੇ ਤੇ ਰੱਬ ਦੇ ਨਾਲ ਵੀ ਸਾਡਾ ਪਿਆਰ ਚੱਲਣਾ ਸ਼ੁਰੂ ਹੋ ਜਾਏ। ਉੱਥੇ ਵੀ ਕੰਮ ਚੱਲ ਜਾਏ ਤੇ ਉੱਧਰ ਵੀ ਚੱਲ ਜਾਏ, ਇੱਧਰ ਵੀ ਨਿਭ ਜਾਏ ਤੇ ਉੱਧਰ ਵੀ ਨਿਭ ਜਾਏ। ਪਰ ਸਤਿਗੁਰੂ ਕਹਿੰਦੇ ਹਨ ਕਿ ਇਹੀ ਚਤੁਰਾਈ ਹੈ, ਇਸ ਚਤੁਰਾਈ ਦੇ ਨਾਲ ਨਹੀਂ। ਤੂੰ ਆਪਣੇ ਜੀਵਨ ਦੇ ਵਿੱਚ ਰਹਿ, ਜੋ ਦਾਤਾਂ ਤੈਨੂੰ ਅਕਾਲ ਪੁਰਖ ਨੇ ਬਖਸ਼ੀਆਂ ਹਨ ਉਹਨਾਂ ਨੂੰ ਵਰਤ, ਉਹਨਾਂ ਦੀ ਸੰਭਾਲ ਕਰ, ਆਪਣੇ ਫਰਜ਼ ਪੂਰੇ ਕਰ, ਦੁਨਿਆਵੀ ਜੀਵਨ ਜੀ, ਇਸ ਜਗਤ ਦੇ ਵਿੱਚ ਰਹਿੰਦੇ ਹੋਏ ਸਭ ਕੁਝ ਕਰ ਜੋ ਤੈਨੂੰ ਕਰਨਾ ਚਾਹੀਦਾ ਹੈ, ਪਰ ਤੇਰੀ ਲਿਵ ਕਿੱਥੇ ਲੱਗੀ ਹੋਣੀ ਚਾਹੀਦੀ ਹੈ, ਉਹ ਸਤਿਗੁਰੂ ਸਾਨੂੰ ਪਹਿਲੇ ਸਮਝਾ ਚੁੱਕੇ ਹਨ ਕਿ ਜਦੋਂ ਤੱਕ ਲਿਵ ਨਹੀਂ ਜੁੜੀ ਉਸ ਅਕਾਲ ਪੁਰਖ ਦੇ ਨਾਲ, ਅਸੀਂ ਆਤਮਿਕ ਰਸਤੇ ਦੇ ਉੱਤੇ ਕੁਝ ਵੀ ਪ੍ਰਾਪਤ ਨਹੀਂ ਕਰ ਸਕਦੇ। ਤੇ ਹੁਣ ਹੁੰਦਾ ਹੈ ਕਿ ਅਸੀਂ ਉਹ ਲਿਵ ਜੋੜੇ ਬਿਨਾਂ ਠਾਠਾ ਬਾਗਾ ਕਰ ਲੈਂਦੇ ਹਾਂ ਕਿ ਚਲੋ ਗੁਰਦੁਆਰੇ ਵੀ ਜਾ ਆਈਏ, ਪਾਠ ਵੀ ਕਰ ਲਈਏ, ਸਭ ਕੁਝ ਕਰ ਲਈਏ, ਪਰ ਅੰਦਰ ਸਾਡੇ ਚਿੱਤ ਦੇ ਵਿੱਚ ਜਿਹੜੀ ਗੁਣਤੀਆਂ ਚੱਲ ਰਹੀਆਂ ਹੁੰਦੀਆਂ ਹਨ, ਜੋ ਅਸੀਂ ਢਾਹ ਭੰਨ ਕਰ ਰਹੇ ਹੁੰਦੇ ਹਾਂ, ਉਹ ਇਸ ਮੋਹ ਦੀ ਹੀ ਕਰ ਰਹੇ ਹੁੰਦੇ ਕਿ ਮੇਰੇ ਪਰਿਵਾਰ ਨੂੰ ਇਹ ਪ੍ਰਾਪਤ ਹੋ ਜਾਏ, ਮੈਨੂੰ ਇਹ ਪ੍ਰਾਪਤ ਹੋ ਜਾਏ, ਮੈਨੂੰ ਇਹ ਸਟੇਟਸ ਮਿਲ ਜਾਏ, ਮੈਨੂੰ ਇਹ ਜਾਇਦਾਦ ਮਿਲ ਜਾਏ, ਵਗੈਰਾ ਵਗੈਰਾ ਸਾਰੀ ਆਪਾਂ ਜਾਣਦੇ ਹਾਂ ਕੀ ਕਰਦੇ ਹਾਂ। ਪਰ ਸਤਿਗੁਰੂ ਕਹਿੰਦੇ ਹਨ ਕਿ ਜਦੋਂ ਤੱਕ ਇਹ ਚਤੁਰਾਈ, ਇਹ ਦੋਗਲਾਪਨ ਨਹੀਂ ਛੱਡਾਂਗੇ, ਇਹ ਚੰਚਲਤਾਈ ਨਹੀਂ ਛੱਡਾਂਗੇ ਕਿ ਇੱਧਰ ਦਾ ਵੀ ਨਿਭਾ ਲਈਏ, ਉੱਧਰ ਦਾ ਵੀ ਨਿਭਾ ਲਈਏ, ਤਾਂ ਫਿਰ ਉਦੋਂ ਤੱਕ ਉਸ ਅਕਾਲ ਪੁਰਖ ਦੀ ਪ੍ਰਾਪਤੀ ਨਹੀਂ ਹੋਣੀ। ਜੇ ਅਕਾਲ ਪੁਰਖ ਦੀ ਪ੍ਰਾਪਤੀ ਕਰਨੀ ਹੈ ਤਾਂ ਫਿਰ ਇਹ ਮੋਹ ਮਿੱਠਾ ਜਿੰਨੇ ਲਾਇਆ ਨਾ, ਕੁਰਬਾਨ ਕੀਤਾ ਤਿਸਾ ਵਿਟੋ। ਉਹਨੇ ਕੁਰਬਾਨ ਸ਼ਬਦ ਬੜਾ ਇੰਪੋਰਟੈਂਟ ਹੈ। ਜੇ ਕੁਰਬਾਨ ਹੋ ਜਾਈਏ ਉਸ ਅਕਾਲ ਪੁਰਖ ਦੇ ਅੱਗੇ, ਆਪਣਾ ਪੂਰਨ ਤੌਰ ਦੇ ਉੱਤੇ ਉਹਦੇ ਅੱਗੇ ਅਰਪਣ ਕਰ ਦਈਏ, ਤਾਂ ਫਿਰ ਇਹ ਚਤੁਰਾਈ ਵਾਲੀ ਅਵਸਥਾ ਆਪਣੇ ਆਪ ਹੀ ਖਤਮ ਹੋ ਜਾਂਦੀ ਹੈ। ਤਾਂ ਸਤਿਗੁਰੂ ਕਹਿ ਰਹੇ ਹਨ, ਇਹ ਮਨ ਚੰਚਲਾ
ਚਤਰਾਈ ਕਿਨੈ ਨਾ ਪਾਇਆ, ਚਤਰਾਈ ਨਾ ਪਾਇਆ ਕਿਨੈ ਤੂੰ ਸੁਣ ਮਨ ਮੇਰਾ। ਇਹ ਸੁਣ ਮੇਰੇ ਮਨ, ਤੂੰ ਧਿਆਨ ਦੇ ਨਾਲ ਸੁਣ ਕਿ ਇਸ ਚਤਰਾਈ ਦੇ ਵਿੱਚ ਅੱਜ ਤੱਕ ਕਿਸੇ ਨੇ ਨਹੀਂ ਪ੍ਰਾਪਤ ਕੀਤਾ। ਜੇ ਤੂੰ ਇਸ ਰਸਤੇ ਦੇ ਵਿੱਚ ਤੁਰਨਾ ਹੈ, ਜੇ ਅਕਾਲ ਪੁਰਖ ਤੱਕ ਪਹੁੰਚਣਾ ਹੈ, ਤੇ ਫਿਰ ਉਸ ਅਕਾਲ ਪੁਰਖ ਦੇ ਨਾਲ, ਉਸ ਸਦਾ ਥਿਰ ਪ੍ਰਭੂ ਦੇ ਨਾਲ ਜੋੜ, ਆਪਣੀ ਲਿਵ ਨੂੰ ਉੱਥੇ ਜੋੜ, ਤੇ ਫਿਰ ਹੀ ਆਨੰਦ ਦੀ, ਪ੍ਰਭੂ ਮਿਲਾਪ ਦੀ ਪ੍ਰਾਪਤੀ ਹੋਣੀ ਹੈ। ਅੱਗੋਂ ਜੋ ਸਤਿਗੁਰੂ ਜੀ ਨੇ ਸਾਨੂੰ ਉਪਦੇਸ਼ ਦਿੱਤਾ ਹੈ, ਉਹ ਅੱਗੋਂ ਆਪਾਂ ਅਗਲੇ ਹਫਤੇ ਵਿਚਾਰ ਕਰਾਂਗੇ ਜੀ। ਬਹੁਤ ਸਾਰੀਆਂ ਭੁੱਲਾਂ ਹੋ ਗਈਆਂ ਹੋਣਗੀਆਂ, ਖਿਮਾ ਕਰਨਾ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਤਕਰੀਬਨ 6 ਪੌੜੀਆਂ ਦਾ ਅੰਤਰੀ ਭਾਵ ਸਮਰੀ ਸਾਰ ਅਸੀਂ ਅੱਜ ਸਰਵਣ ਕੀਤਾ ਹੈ। ਆਨੰਦ ਸਾਹਿਬ ਜੀ ਦੀ 5ਵੀਂ ਪੌੜੀ ਤੋਂ ਲੈ ਕੇ 5, 6, 7, 8, 9, 10 ਇਹਨਾਂ ਪੌੜੀਆਂ ਤੇ ਅਸੀਂ ਅੱਜ ਪਹੁੰਚੇ ਹਾਂ। ਸਭ ਤੋਂ ਪਹਿਲਾਂ ਜਦੋਂ ਅਸੀਂ ਵਾਜੇ ਪੰਜ ਸ਼ਬਦ ਤੇ ਘਰ ਸੁਹਾਗੇ, ਜਿਹਦੇ ਬਾਰੇ ਬਹੁਤ ਸਾਰੇ ਭੁਲੇਖੇ ਸਾਡੇ ਸਿੱਖ ਸਮਾਜ ਵਿੱਚ ਵੀ ਪਾਏ ਜਾਂਦੇ ਨੇ, ਉਹਦੇ ਬਾਰੇ ਕਾਫੀ ਖੋਜ ਭਰਪੂਰ ਜਾਣਕਾਰੀ ਪ੍ਰਭ ਕੀਰਤਨ ਸਿੰਘ ਜੀ ਨੇ ਸਾਂਝੀ ਕੀਤੀ ਹੈ। ਪੰਜ ਸ਼ਬਦ ਦਾ ਜਿਹੜਾ ਗੁਰਬਾਣੀ ਨੇ ਇਸਤੇਮਾਲ ਕੀਤਾ, ਇਹ ਪੰਜ ਦੀ ਕੋਈ ਸ਼ਕਲ ਨਹੀਂ, ਕੋਈ ਆਕਾਰ ਨਹੀਂ ਹੈ। ਇੱਕੋ ਹੀ ਗੱਲ ਸਮਝਣ ਵਾਲੀ ਹੈ ਸਾਡੇ ਲਈ ਕਿ ਜਿਹੜਾ ਪੰਜ ਸ਼ਬਦ ਗੁਰਬਾਣੀ ਨੇ ਇਸਤੇਮਾਲ ਕੀਤਾ ਜਾਂ ਗੁਰੂ ਸਾਹਿਬ ਜੀ ਨੇ ਪੰਜ ਦੀ ਗੱਲ ਸਮਝਾਈ, ਤਾਂ ਇਹ ਕਿਸੇ ਆਕਾਰ ਦੀ ਜਾਂ ਕਿਸੇ ਸ਼ਕਲ ਦੀ ਜਾਂ ਸੂਰਤ ਦੀ ਗੱਲ ਨਹੀਂ। ਜਿਹੜਾ ਬੰਦਾ ਕੋਈ ਕਿਸੇ ਕਹੇ ਕਹਾਏ ਜਾਂ ਸੁਣੇ ਸੁਣਾਏ, ਇਸ ਨੂੰ ਆਵਾਜ਼ ਨੂੰ ਸੁਣਨ ਦੀਆਂ ਗੱਲਾਂ, ਮੰਨਣ ਦੀਆਂ ਗੱਲਾਂ, ਆਵਾਜ਼ ਨੂੰ ਸੁਣਨ ਦੀਆਂ ਗੱਲਾਂ ਕਰਨ ਲੱਗ ਪਏ, ਹਜੇ ਮੈਨੂੰ ਆਵਾਜ਼ ਸੁਣ ਪਈ, ਤੇ ਸਮਝ ਲੈਣਾ ਫਿਰ ਉਹ ਅਸਲੇ ਨਾਲੋਂ ਵਿਛੜ ਗਿਆ, ਮੂਲ ਨਾਲ ਉੱਟ ਗਿਆ। ਕਿਉਂਕਿ ਇਹਦਾ ਸਰੂਪ ਹੀ ਨਹੀਂ ਹੈ, ਇਹ ਮਾਨਣ ਦੀ ਅਵਸਥਾ ਹੈ। ਇਹ ਸ਼ਕਲ ਵਿੱਚੋਂ ਨਹੀਂ ਨਜ਼ਰ ਆਉਂਦੀ, ਕਰਮ ਵਿੱਚੋਂ ਨਜ਼ਰ ਆਉਂਦੀ ਹੈ। ਆਨੰਦ ਕਿਸੇ ਮਨੁੱਖ ਦੀ ਸ਼ਕਲ ਵਿੱਚੋਂ ਨਜ਼ਰ ਨਹੀਂ ਆਉਂਦਾ, ਆਨੰਦ ਮਨੁੱਖ ਦੇ ਕਰਮ ਵਿੱਚੋਂ ਨਜ਼ਰ ਆਉਂਦਾ ਹੈ। ਜਿਹੜੀ ਗੱਲ ਗੁਰੂ ਪਾਤਸ਼ਾਹ ਸਾਨੂੰ ਸਮਝਾਉਂਦੇ ਨੇ, ਤੇ ਹੁਣ ਇਸ ਗੱਲ ਦੀ ਸਮਝ ਸਾਨੂੰ ਗੁਰੂ ਦੇ ਸ਼ਬਦ ਵਿੱਚੋਂ ਹੀ ਆਉਂਦੀ ਹੈ। ਜਿਹੜੇ ਲੋਕੀ ਸਮਾਧੀਆਂ ਲਾ ਕੇ, ਕੰਨਾਂ ਵਿੱਚ ਉਂਗਲਾਂ ਪਾ ਕੇ ਜਾਂ ਬੁੱਝੇ ਪਾ ਕੇ, ਘੂੰ ਇੱਕ ਨਾਸ ਬੰਦ ਕਰਕੇ ਇੱਕ ਨਾਸ ਖੋਲ ਕੇ ਜਾਂ ਉਹਨਾਂ ਦੀਆਂ ਗੱਲਾਂ ਕਰਨਗੇ, ਉੱਥੇ ਆਨੰਦ ਨਹੀਂ ਆ ਸਕਦਾ। ਕਿਉਂਕਿ ਬਾਹਰ ਦੀ ਆਵਾਜ਼ ਸੁਣਨਾ ਚਾਹੁੰਦੇ ਨੇ, ਉਹ ਉਸ ਆਵਾਜ਼ ਦਾ ਰਸ ਹੀ ਨਹੀਂ ਮੰਨਣਾ ਚਾਹੁੰਦੇ, ਜਿਹੜੀ ਆਵਾਜ਼ ਦਾ ਆਨੰਦ ਦੀ ਗੱਲ ਗੁਰੂ ਪਾਤਸ਼ਾਹ ਜੀ ਨੇ ਗੱਲ ਕੀਤੀ ਹੈ। ਉਹ ਆਨੰਦ ਹੈ ਪੰਚੇ ਸ਼ਬਦ ਵਜੇ ਮਤ ਗੁਰਮਤ, ਬੜ ਭਾਗੀ ਅਨਹਦ ਵਜਿਆ, ਆਨੰਦ ਮੂਲ ਰਾਮ ਸਭ ਦੇਖਿਆ, ਗੁਰ ਸ਼ਬਦੀ ਗੋਬਿੰਦ ਗਜਿਆ। ਉਹ ਇਹ ਆਨੰਦ ਹੈ, ਗੁਰ ਸ਼ਬਦੀ ਗੋਬਿੰਦ ਗਜਿਆ ਵਾਲਾ। ਜਦੋਂ ਗੁਰੂ ਦੇ ਸ਼ਬਦ ਦੇ ਨਾਲ ਪ੍ਰਮਾਤਮਾ ਅੰਦਰ ਗੱਜਦਾ ਹੈ, ਉਹ ਫਿਰ ਆਨੰਦ ਪੈਦਾ ਹੁੰਦਾ। ਇਹ ਸ਼ਬਦ ਜਿਹੜਾ ਆਨੰਦ ਲਫ਼ਜ਼ ਹੈ, ਇਹਨੂੰ ਖਾਸ ਕਰਕੇ ਅੱਜ ਬਹੁਤ ਸਾਰੇ ਭੁਲੇਖੇ ਪਾ ਦਿੱਤੇ ਜਾਂਦੇ ਆਨੰਦ ਤੇ ਪੰਜ ਸ਼ਬਦ ਬਾਰੇ ਹੀ। ਤੇ ਪੰਜ ਸ਼ਬਦ ਬਾਰੇ ਸਾਨੂੰ ਸਾਵਧਾਨਤਾ ਦੀ ਲੋੜ ਹੈ ਕਿ ਇਹ ਵਾਜੇ ਉਸ ਅਵਸਥਾ 'ਚ ਵੱਜਦੇ ਹੈ ਜਦੋਂ ਕਾਮ, ਕ੍ਰੋਧ, ਲੋਭ, ਮੋਹ, ਹੰਕਾਰ ਪੰਜੇ ਦੂਤ ਵਸ ਵਿੱਚ ਹੋ ਜਾਂਦੇ ਆ। ਪਹਿਲਾਂ ਨਹੀਂ, ਪੰਜੇ ਦੂਤਾਂ ਦਾ ਵਸ ਵਿੱਚ ਹੋ ਜਾਂਦਾ ਹੈ। ਜਦੋਂ ਵਾਹਿਗੁਰੂ ਦੇ ਨਾਮ ਵਿੱਚ ਜੁੜਨ ਵਾਲਾ ਅਭਿਆਸੀ ਸਤ ਸੰਗਤ ਵਿੱਚ ਜਾ ਕੇ ਗੁਰੂ ਦੇ ਸ਼ਬਦ ਵਿੱਚ ਇਸ਼ਨਾਨ ਕਰਦਾ ਹੈ ਤੇ ਅਜਪਾ ਜਾਪ ਨਾਲ ਵਿਸਰੇ ਦੀ ਅਵਸਥਾ ਤੇ ਪਹੁੰਚਦਾ ਹੈ, ਫਿਰ ਉਦੋਂ ਇਹ ਅਵਸਥਾ ਜਿਹੜੀ ਹੈ ਪ੍ਰਾਪਤ ਹੁੰਦੀ ਹੈ। ਫਿਰ ਕਿਰਪਾ ਧਾਰ, ਪਰਮੇਸ਼ਰ ਦੀ ਕਿਰਪਾ ਧਾਰ ਕੇ ਇੱਕ ਰਸ ਵਰਖਾ ਹੁੰਦੀ ਹੈ। ਉਦੋਂ ਜਗਮਗ ਕਰਦੀ ਹੋਈ ਜੋਤ ਜਿਹੜੀ ਹੈ, ਆਨੰਦ ਦੀ ਜੋਤ ਸਰੂਪ, ਉਹ ਪ੍ਰਗਟ ਹੁੰਦਾ। ਰੂਪ ਨਹੀਂ ਹੈ, ਫਿਰ ਮੈਂ ਬੇਨਤੀ ਕਰ ਰਿਹਾ, ਕੋਈ ਖਾਸ ਰੂਪ ਪ੍ਰਗਟ ਨਹੀਂ ਹੁੰਦਾ। ਆਨੰਦ ਦਾ ਇੱਕ ਜੋਤ ਸਰੂਪ ਪ੍ਰਗਟ ਹੁੰਦਾ ਹੈ, ਜਿਹਨੂੰ ਅਨੁਮਨੀ ਪ੍ਰਕਾਸ਼ ਅਸੀਂ ਕਹਿੰਦੇ ਹਾਂ, ਜੋਤ ਰੂਪੀ ਪ੍ਰਕਾਸ਼ ਅਸੀਂ ਕਹਿੰਦੇ ਹਾਂ। ਜਦੋਂ ਮਨ ਸਹਿਜ ਅਵਸਥਾ 'ਚ, ਇਸ ਅਵਸਥਾ 'ਚ ਪਹੁੰਚ ਜਾ, ਤੇ ਫਿਰ ਉਹ ਇਹ ਕਹਿ ਲਓ ਖੀਵਾ ਜਿਹਾ ਹੋ ਜਾਂਦਾ ਹੈ, ਸੁਰਤ ਵਿੱਚ ਪੂਰਨ ਟਿਕਾਓ। ਫਿਰ ਇਸ ਤਰ੍ਹਾਂ ਕਿਸੇ ਪਾਸੇ ਦੀ ਭਟਕਣਾ ਜਿਹੜੀ ਹੈ ਉਹ ਖਤਮ ਹੋ ਜਾਂਦੀ ਹੈ। ਗੁਰਮਤਿ ਦਾ ਮਾਰਗ ਸਹਿਜ ਦਾ ਮਾਰਗ ਹੈ, ਇਕੱਲਾ ਸਹਿਜ ਦਾ ਮਾਰਗ ਨਹੀਂ, ਗੁਰਮਤਿ ਦਾ ਮਾਰਗ ਸਹਿਜ ਯੋਗ ਦਾ ਮਾਰਗ ਵੀ ਹੈ। ਇਹ ਵੀ ਗੱਲ ਇੱਕ ਸਮਝਣ ਦੀ ਲੋੜ ਹੈ। ਸਹਿਜ ਯੋਗ ਹੈ ਗੁਰਮਤਿ, ਯੋਗ ਨਹੀਂ ਹੈ ਗੁਰਮਤਿ, ਸਹਿਜ ਯੋਗ ਹੈ। ਇਸ ਲਈ ਆਪਣੇ ਜ਼ੋਰ ਨਾਲ, ਸਾਧਨਾ ਨਾਲ
ਪੰਜ ਸ਼ਬਦ ਜਾਂ ਅਨਹਦ ਧੁਨੀ ਦਾ ਅਭਿਆਸ ਕਰਨਾ ਤੇ ਗੁਰਮਤਿ ਨੇ ਮਨਮਤ ਕਿਹਾ ਹੈ। ਤੇ ਗੁਰਮਤਿ ਨੇ ਇਹਨੂੰ ਪ੍ਰਵਾਨ ਨਹੀਂ ਕੀਤਾ ਕਿਉਂਕਿ ਇਹਦੇ ਵਿੱਚ ਸਹਿਜ ਹੈ। ਸਰੀਰਕ ਹੁਲਜਲ ਨਾਲ ਜਾਂ ਬਾਹਰਮੁਖੀ ਸਾਧਨਾ ਦੇ ਨਾਲ ਇਸ ਧੁਨੀ ਦਾ ਕੋਈ ਸੰਬੰਧ ਹੀ ਨਹੀਂ ਹੈ। ਜੇ ਸਰੀਰਕ ਹੁਲਜਲ ਕਰ ਲਈ, ਏਦਾਂ ਉੱਚੀ ਉੱਚੀ ਟੱਪ ਲਿਆ, ਉੱਚੀ ਉੱਚੀ ਗਾ ਲਿਆ, ਸਿਰ ਫੇਰ ਲਿਆ, ਜਿਵੇਂ ਕੰਨ 'ਚ ਕੰਨ ਖਜੂਰਾ ਵੜ ਜਾਏ, ਸਿਰ ਮਾਰੀ ਗਏ, ਹਾ ਹਾ ਹਾ, ਇਹ ਸਹਿਜ ਦਾ ਮਾਰਗ ਹੈ ਨਹੀਂ। ਮਾਫ ਕਰਨਾ, ਇਹ ਸ਼ਾਇਦ ਕਈਆਂ ਨੂੰ ਇਹ ਤਕਲੀਫ ਵੀ ਹੋਵੇ। ਸਹਿਜ ਇੱਕ ਟਿਕਵੀਂ ਅਵਸਥਾ ਹੈ, ਇੱਕ ਸਰੀਰਕ ਕਿਰਿਆ ਦੇ ਨਾਲ ਇਹਦਾ ਸੰਬੰਧ ਹੈ ਨਹੀਂ। ਇਸ ਨਾ ਹੀ ਬਾਹਰਮੁਖੀ ਸਾਧਨਾ ਨਾਲ ਇਸ ਧੁਨ ਦਾ ਕੋਈ ਸੰਬੰਧ ਹੈ। ਕਈ ਆਮ ਤੌਰ ਤੇ ਧਰਮ ਦੀ ਦੁਨੀਆ ਵਿੱਚ ਚੱਲਣ ਵਾਲੇ ਜਿਗਿਆਸੂ ਜਿਹੜੇ ਹੈ, ਇਹਨਾਂ ਸ਼ਬਦਾਂ ਨੂੰ ਸੂਲ ਕੰਨਾਂ ਦਾ ਵਿਸ਼ਾ ਸਮਝ ਲੈਂਦੇ ਆ। ਮੈਂ ਫਿਰ ਬੇਨਤੀ ਬਾਰ-ਬਾਰ ਦੁਹਰਾ ਰਿਹਾ ਇਸ ਕਰਕੇ ਵੀ ਸਾਡੇ ਵਿੱਚੋਂ ਇਹ ਗੱਲ ਦਾ ਇਹ ਭੁਲੇਖਾ ਨਿਕਲ ਜਾਣਾ ਚਾਹੀਦਾ ਹੈ। ਸਗੋਂ ਇੱਕ ਓਂਕਾਰ ਦੇ ਵਿੱਚ ਟਿਕੀ ਹੋਈ ਸੁਰਤ ਜਿਹੜੀ ਹੈ, ਇੱਕ ਓਂਕਾਰ ਦੇ ਵਿੱਚ ਟਿਕੀ ਹੋਈ ਸੁਰਤ ਉਹ ਆਨੰਦ ਮਾਣ ਸਕਦੀ ਹੈ। ਜਿਹੜੀ ਇੱਕ ਓਂਕਾਰ ਦੇ ਵਿੱਚ ਟਿਕ ਜਾਂਦੀ ਹੈ, ਉਹ ਹੀ ਆਨੰਦ ਮਾਣ ਸਕਦੀ ਹੈ। ਤੇ ਸਗੋਂ ਇੱਧਰਲੇ ਬਾਹਰ ਸਿਰ ਫੇਰ ਕੇ ਜਾਂ ਹੱਥ ਹਿਲਾ ਕੇ ਜਾਂ ਹੋਰ ਰਾਸਾਂ ਪਾ ਕੇ, ਰਾਸ ਧਾਰੀਏ ਵੀ ਸਨ, ਡਾਂਸ ਵੀ ਹੁੰਦੇ ਸਨ। ਅੱਜ ਵੀ ਇੱਕ ਮੱਤ ਚੱਲਿਆ ਸੀ ਪਿੱਛੇ ਜੇ, ਹੁਣ ਵੀ ਚੱਲਦਾ ਹੈ, ਜਿਹੜੇ ਕਹਿੰਦੇ ਸੀ ਜਿਸ ਤਰ੍ਹਾਂ ਮਰਜ਼ੀ ਡਾਂਸ ਕਰੋ, ਕੱਪੜੇ ਲਾਓ, ਜੋ ਮਰਜ਼ੀ ਕਰੋ, ਨਗਨ ਹੋ ਕੇ ਡਾਂਸ ਕਰ ਲਓ, ਤੁਹਾਡੇ ਮਨ ਤੇ ਕੰਟਰੋਲ ਚਾਹੀਦਾ ਹੈ। ਸਹਿਜ ਇਸ ਮਾਰਗ ਦਾ ਨਾਮ ਨਹੀਂ ਹੈ, ਨਾ ਹੀ ਇਹਦੇ ਵਿੱਚੋਂ ਸਹਿਜ ਕਦੀ ਪ੍ਰਾਪਤ ਹੋਏਗਾ। ਇਹ ਲਗਾਤਾਰ ਕਮਾਈ ਦੇ ਨਾਲ ਹੁੰਦਾ, ਮਿਹਨਤ ਦੇ ਨਾਲ ਹੁੰਦਾ। ਇਹ ਕਦੀ ਵੀ ਸਾਡੇ ਆਪਣੇ ਇਹ ਗੱਲ ਕਰ ਲਈਏ ਵੀ ਸਾਡੇ ਜ਼ੋਰ ਨਾਲ ਨਹੀਂ ਹੁੰਦਾ, ਗੁਰੂ ਦੀ ਬਖਸ਼ਿਸ਼ ਤੇ ਗੁਰੂ ਦੇ ਰਹਿਮਤ ਨਾਲ ਹੁੰਦਾ ਹੈ। ਇੱਕ ਸਵਾਲ ਵੀ ਆਇਆ ਸੀ ਵਿੱਚ ਇਹਦੇ, ਜਿਹਦਾ ਜ਼ਿਕਰ ਵੀ ਕਿਸੇ ਨੇ ਸਵਾਲ ਵੀ ਕੀਤਾ ਜੀ, ਜੇ ਗੁਰੂ ਦੀ ਕਿਰਪਾ ਹੀ ਹੈ ਤਾਂ ਫਿਰ ਗੱਲਬਾਤ ਕੀ ਹੈ ਸਾਰੀ। ਜੇ ਗੁਰੂ ਪਾਤਸ਼ਾਹ ਜੀ ਨੇ ਬੜੀ ਕਮਾਲ ਦੀ ਗੱਲ ਕੀਤੀ ਹੈ, ਭਲਿਆ ਦੇਖ, ਜੇ ਆਨੰਦ ਦੀ ਗੱਲ ਕਰਨੀ ਹੈ, ਆਨੰਦ ਤਾਂ ਗੁਰੂ ਤੋਂ ਹੀ ਮਿਲਣਾ ਹੈ। ਸਧਾਰਨ ਤੌਰ ਤੇ ਕਦੀ ਅਸੀਂ ਕਿਸੇ ਦਾ ਹਾਲ ਚਾਲ ਪੁੱਛ ਜਾਈਏ ਤਾਂ ਕਹਿੰਦੇ ਜੀ, ਜਵਾਬ ਆਉਂਦਾ ਬੜਾ ਆਨੰਦ ਆ ਗਿਆ, ਸੁੱਖ ਹੈ ਜੀ, ਬੜਾ ਆਨੰਦ ਹੈ। ਪਰ ਸਹੀ ਮਾਇਨੇ 'ਚ ਅਸੀਂ ਅਗਰ ਦੇਖ ਲਈਏ ਤਾਂ ਉਹਨੂੰ ਸੁੱਖ ਦਾ ਗਿਆਨ ਹੀ ਨਹੀਂ ਹੈ, ਜਾਂ ਇਹ ਕਹਿ ਲਓ ਸੁੱਖ ਦਾ ਗਿਆਨ ਜੇ ਹੈ ਤਾਂ ਆਨੰਦ ਦਾ ਗਿਆਨ ਨਹੀਂ ਹੈ। ਦੂਜੇ ਪਾਸੇ ਇਹ ਗੱਲ ਕਹਿ ਰਹੀ ਹੈ। ਦੂਜੇ ਵੈਸੇ ਆਨੰਦ ਸਭ ਕੋ ਕਹੇ, ਆਨੰਦ ਗੁਰੂ ਤੇ ਜਾਣਿਆਂ ਦੀ ਜਿਹੜੀ ਅਵਸਥਾ ਹੈ ਨਾ, ਇਹ ਸੁੱਖ ਤੇ ਆਨੰਦ ਦਾ ਫਰਕ ਹੀ ਨਹੀਂ ਪਤਾ ਸਾਨੂੰ ਵੀ ਸੁੱਖ ਤੇ ਆਨੰਦ ਦਾ ਫਰਕ ਕੀ ਹੈ। ਸੁੱਖ ਸੰਸਾਰ ਨਾਲ ਵੀ ਹੈ, ਆਨੰਦ ਅੰਦਰ ਦੀ ਅਵਸਥਾ ਦੇ ਨਾਲ ਹੈ। ਜਿੱਥੇ ਆਨੰਦ ਹੈ ਉੱਥੇ ਸਰੀਰ ਸੁੱਖ ਹੈ, ਉੱਥੇ ਦੁਨਿਆਵੀ ਸੁੱਖਾਂ ਦੀ ਗੱਲ ਹੀ ਖਤਮ ਹੋ ਜਾਂਦੀ ਹੈ। ਉੱਥੇ ਹਰਕ ਸੋਗ ਤੈਸਾ, ਹਰਕ ਤੈਸਾ ਸੋਗ, ਸਦਾ ਆਨੰਦ ਤੈ ਨਹੀਂ ਵਿਯੋਗ ਦੀ ਅਵਸਥਾ ਹੈ। ਉੱਥੇ ਅਵਸਥਾ ਹੀ ਨਹੀਂ ਹੈ ਜਿੱਥੇ ਆਨੰਦ ਦੀ ਗੱਲ ਅਸੀਂ ਜਦੋਂ ਆਨੰਦ ਦੀ ਗੱਲ ਅਸੀਂ ਜਦੋਂ ਆ ਜਾਂਦੀ। ਤੋ ਅਗਲੀ ਜਿਹੜੀ ਗੱਲ ਸੀ, ਜਿਹੜੀ ਆਨੰਦ ਜਿਹੜੀ ਹੈ ਨਾ, ਮੈਂ ਫਿਰ ਬੇਨਤੀ ਕਰਦਾ, ਇਹ ਮੇਰੇ ਪਿਆਰੇ ਪਰਮੇਸ਼ਰ ਦੀ ਇੱਕ ਦਾਤ ਹੈ। ਇਹ ਮੇਰੇ ਆਨੰਦ ਜਿਹੜੀ ਹੈ, ਇਹ ਕੋਈ ਬੰਦੇ ਦਾ ਜ਼ੋਰ ਨਹੀਂ ਹੈ, ਆਪਣੇ ਕੀਤੇ ਹੋਏ ਕਰਮਾਂ ਜਾਂ ਜ਼ੋਰ ਨਾਲ ਮਿਲਦੀ ਨਹੀਂ ਹੈ। ਕਿਉਂ? ਹੁਣ ਸਵਾਲ ਜਿਹੜਾ ਆਇਆ ਸੀ, ਮੈਂ ਉਹਦਾ ਜਵਾਬ ਇਹ ਦੇ ਰਿਹਾ ਵੀ ਆਪਣੇ ਕਰਮ ਜਦੋਂ ਬੰਦਾ ਕਰਦਾ ਨਾ, ਕਰਮ ਕਰਤ ਬੱਧੇ ਅਹਮੇਵ, ਉਹਨੂੰ ਆਪਣੇ ਕੀਤੇ ਹੋਏ ਕਰਮਾਂ ਦੇ ਵਿੱਚ ਹੀ ਹੰਕਾਰ ਹੋ ਜਾਂਦਾ ਹੈ। ਹਾਂ, ਮੇਰੇ ਵਰਗਾ, ਮੈਂ ਸਵੇਰੇ ਉੱਠਣ ਵਾਲਾ, ਮੈਂ ਨਿਤਨੇਮੀ, ਮੇਰੇ ਵਰਗਾ ਕੋਈ ਹੈ? ਮੈਂ ਸਤਸੰਗੀ। ਮਨੁੱਖ ਜਦੋਂ ਕਰਮਾਂ ਦੇ ਜ਼ੋਰ ਨਾਲ ਕਵੇ ਨਾ ਵੀ ਮੈਂ ਆਪਣੀ ਜ਼ੋਰ ਦੇ ਨਾਲ ਆਨੰਦ ਲੈ ਲਵਾਂ, ਤਾਂ ਉਹਦੇ ਵਿੱਚੋਂ ਫਿਰ ਹੰਕਾਰ ਦਾ ਜਨਮ ਹੁੰਦਾ। ਆਪਣੇ ਕੀਤੇ ਹੋਏ ਕਰਮਾਂ ਨਾਲ ਸ੍ਰੇਸ਼ਟ ਕਰਨ ਨਾਲ ਹੰਕਾਰ ਵੀ ਵਧੀ ਜਾਂਦਾ ਹੈ। ਜਿਵੇਂ ਜਿਵੇਂ ਉਹ ਧਰਮ ਦੇ ਕਰਮ ਕਰਦਾ ਹੈ, ਤਿਵੇਂ ਤਿਵੇਂ ਅੰਦਰ ਉਹ ਤਾਂ ਕਿਸੇ ਨੂੰ ਨੇੜੇ ਨਹੀਂ ਬਹਿਣ ਦਿੰਦਾ, ਕਿਸੇ ਦੇ ਹੱਥ ਦਾ ਖਾਂਦਾ ਨਹੀਂ, ਕਿਸੇ ਨੂੰ ਨੇੜੇ ਟਿਕਣ ਨਹੀਂ ਦਿੰਦਾ। ਉਹ ਤਾਂ ਇਹੋ ਜਿਹੀ ਅਵਸਥਾ ਤੇ ਜਾ ਕੇ ਪਹੁੰਚ ਜਾਂਦਾ, ਮੈਂ ਤਾਂ ਗੁਰਦੁਆਰੇ ਤੋਂ ਦੇਗ ਵੀ ਨਹੀਂ ਲੈਂਦਾ, ਮੇਰੀ ਤਾਂ ਅਵਸਥਾ ਬੜੀ ਉੱਚੀ ਹੈ। ਹਾਂਜੀ, ਇਹ ਕੀ ਹੈ? ਇਹ ਕਰਮ ਦਾ ਹੰਕਾਰ ਹੈ। ਮਾਫ ਕਰਨਾ, ਇਹ ਕਰਮ ਦਾ ਹੰਕਾਰ ਹੈ। ਜਦੋਂ ਹੰਕਾਰ ਤੇ ਵਿਕਾਰ ਕਾਰਨ ਮਨੁੱਖ ਦੇ ਪੱਲੇ ਆਨੰਦ ਦੀ ਦਾਤ ਨਹੀਂ ਫਿਰ ਪੈਂਦੀ। ਫਿਰ ਦੁਹਰਾ ਰਿਹਾ, ਹੰਕਾਰ ਦੇ ਵਿਕਾਰ ਕਾਰਨ ਮਨੁੱਖ ਦੇ ਪੱਲੇ ਆਨੰਦ ਦੀ ਦਾਤ ਨਹੀਂ ਪੈਂਦੀ। ਜੋ ਤੁਧ ਭਾਵੇ ਸੋ ਨਿਰਮਲ ਕਰਮਾ, ਜੋ ਤੁਧ ਭਾਵੇ ਸੋ ਸੱਚ ਧਰਮਾ, ਸਰਮ ਨਿਧਾਨ ਗੁਣ ਤੁਮ ਹੀ ਪਾਸ, ਤੂੰ ਸਾਹਿਬ ਸੇਵਕ ਅਰਦਾਸ। ਇਹ ਅਸਲ ਗੱਲਬਾਤ ਹੈ। ਅਰਦਾਸ ਨਾਲ ਸਾਡੇ ਮਾੜੇ ਕਰਮਾਂ ਦਾ ਜਿਹੜਾ ਪ੍ਰਭਾਵ ਹੈ ਸੁਤੇ ਸਿੱਧ ਹੀ ਖਤਮ ਹੁੰਦਾ ਹੈ। ਮੈਂ ਫਿਰ ਬੇਨਤੀ ਦੁਹਰਾ ਰਿਹਾ, ਕਹਿੰਦੇ ਅਰਦਾਸ ਵੀ ਕਹਿੰਦੇ
ਬੇਨਤੀ ਦੀ ਕਿਰਪਾ ਲਈ ਬੇਨਤੀ ਕਰਨ ਦੀ ਗੱਲ ਕਹਿੰਦੇ। ਬਾਰ-ਬਾਰ ਇਹ ਗੱਲ ਸਿੱਖ ਦੇ ਅੰਦਰ ਹੋਣੀ ਚਾਹੀਦੀ ਹੈ ਵੀ ਕੀਤੀ ਹੋਈ ਅਰਦਾਸ ਦੇ ਨਾਲ ਸਾਡੇ ਜਿਹੜੇ ਮਾੜੇ ਕਰੇ ਹੋਏ ਕਰਮ ਹਨ, ਸੁਤੇ ਸਿੱਧ ਹੀ ਜਦੋਂ ਅਸੀਂ ਗੁਰੂ ਅੱਗੇ ਬੇਨਤੀਆਂ ਤਰਲੇ ਅੰਦਰੋਂ ਹੋ ਕੇ ਕਰਦੇ ਹਾਂ, ਅੰਦਰੋਂ ਜਿਨਕਾ ਮੋਹ ਟੁੱਟੇ ਦੀ ਗੱਲ ਹੋ ਕੇ ਕਰਦੇ ਹਾਂ, ਤਾਂ ਡੈਫੀਨੇਟਲੀ ਸਾਡੇ ਕੀਤੇ ਹੋਏ ਉਹ ਕਰਮਾਂ ਦਾ ਜਿਹੜਾ ਪ੍ਰਭਾਵ ਸੀ ਉਹ ਸੁਤੇ ਸਿੱਧ ਹੀ ਖਤਮ ਹੋਣਾ ਸ਼ੁਰੂ ਹੋ ਜਾਂਦਾ ਹੈ। ਇਹਨਾਂ ਗੁਰਮਤਿ ਦਾ ਮਾਰਗ ਹੀ ਹੈ ਵੀ ਗੁਰੂ ਤਾਂ ਸਾਡੇ ਕੀਤੇ ਕਰਮਾਂ ਨੂੰ ਖਤਮ ਝੱਟ ਬਦਲ ਕੇ ਰੱਖ ਦਿੰਦਾ। ਤੋ ਇਸ ਪੌੜੀ ਦੇ ਵਿੱਚ ਪ੍ਰਭ ਡੋਰੀ ਹੱਥ ਤੁਮਾਰੇ ਦੀ ਜਿਹੜੀ ਗੱਲ ਹੈ ਨਾ, ਉਹ ਸਾਡੇ ਸਾਹਮਣੇ ਪ੍ਰਤੱਖ ਤੌਰ ਤੇ ਜਾ ਕੇ ਪ੍ਰਗਟ ਕੀਤੀ ਗਈ ਹੈ। ਇੱਕ ਭਰਮ ਭੁਲਾਏ, ਇੱਕ ਭਗਤੀ ਰਾਤੇ, ਤੀਰਾ ਖੇਲ ਅਪਾਰਾ। ਮਾਲਕ ਨੇ ਇੱਕ ਭਗਤੀ ਵਿੱਚ ਲਾ ਦਿੱਤੇ ਨੇ, ਇੱਕ ਭੁਲੇਖੇ ਵਿੱਚ ਪਾ ਦਿੱਤੇ ਨੇ। ਜਿਤ ਤੁਧ ਲਾਏ ਤਿਹਾ ਫਲ ਪਾਇਆ, ਤੂੰ ਹੁਕਮ ਚਲਾਵਨ ਹਾਰਾ। ਸੂਰਠ ਰਾਗ ਵਿੱਚ ਗੁਰੂ ਪਾਤਸ਼ਾਹ ਜੀ ਦਾ ਬਚਨ ਆਉਂਦਾ ਹੈ। ਤੋ ਕਈ ਮਨੁੱਖ ਇਸ ਵਿਚਾਰ ਨੂੰ ਲੈ ਕੇ ਆਲਸੀ ਬਣ ਜਾਂਦੇ ਆ ਵੀ ਜੇ ਪ੍ਰਭੂ ਨੇ ਆਪਣੇ ਮਰਜ਼ੀ ਨਾਲ ਸਭ ਕੁਝ ਦੇਣਾ ਤਾਂ ਸਾਡਾ ਕਰਨ ਦਾ, ਕੰਮ ਕਰਨ ਦਾ, ਉਦਮ ਕਰਨ ਦਾ ਕੀ ਲਾਭ ਹੈ? ਜੇ ਭਾਗਾਂ 'ਚ ਲਿਖਿਆ ਤਾਂ ਮਿਲ ਹੀ ਜਾਣਾ, ਜੇ ਉਹਦੀ ਬਖਸ਼ਿਸ਼ ਨਾਲ ਹੀ ਮਿਲਣਾ ਤਾਂ ਫਿਰ ਅਸੀਂ ਕਿਉਂ ਕਰੀਏ? ਕਈ ਆਪਣੇ ਕੀਤੇ ਹੋਏ ਕਰਮਾਂ ਤੇ ਹੰਕਾਰ ਕਰਕੇ ਬੈਠ ਜਾਂਦੇ ਆ, ਹਮ ਕੀਆ ਹਮ ਕਰਾਂਗੇ। ਉਹ ਇਹੋ ਜਿਹੇ ਹੰਕਾਰ ਦੇ ਵਿੱਚ ਆ ਕੇ ਬੈਠ ਜਾਂਦੇ ਨੇ, ਇਹ ਹੈਂਕੜ ਹੀ ਨਹੀਂ ਛੱਡਦੇ। ਹੁਣ ਦੋਨਾਂ ਨਾਲੋਂ ਅਸਲ ਵਿਚਾਰ ਕੀ ਹੈ ਕਿ ਪ੍ਰਾਣੀ ਦੇ ਕੀਤੇ ਹੋਏ ਕੰਮ ਦੀ, ਪੁਰਸ਼ਾਰਥ ਦੀ, ਮਿਹਨਤ ਦੀ ਸਫਲਤਾ ਜਿਹੜੀ ਉਹ ਪ੍ਰਭੂ ਦੀ ਬਖਸ਼ਿਸ਼ ਤੇ ਨਿਰਭਰ ਕਰਦੀ ਹੈ। ਅਸਲ ਗੱਲ ਸਾਰੀ ਇਹ ਹੈ ਕਿ ਪ੍ਰਭੂ ਦੀ ਬਖਸ਼ਿਸ਼ ਤੋਂ ਬਿਨਾਂ ਤੇਰੇ ਇਸ ਸਾਰਥਕ ਕੀਤੇ ਹੋਏ ਕੰਮਾਂ ਵਿੱਚ ਹੰਕਾਰ ਹੀ ਹੰਕਾਰ ਹੋਏਗਾ। ਇਸ ਵਾਸਤੇ ਅਸੀਂ ਪ੍ਰਭੂ ਦੀ ਨਜ਼ਰ, ਪ੍ਰਭੂ ਦੀ ਟੇਕ, ਪ੍ਰਭੂ ਦੀ ਕਿਰਪਾ ਦੀ ਗੱਲ ਕਰਦੇ ਹਾਂ, ਔਰ ਇਸੇ ਕਰਕੇ ਹੀ ਅਸੀਂ ਪ੍ਰਭੂ ਦੀ ਨਜ਼ਰ ਦੇ ਲਈ ਅਰਦਾਸ ਗੁਰੂ ਦੇ ਅੱਗੇ ਕਰਦੇ ਹਾਂ। ਜਦੋਂ ਅਸੀਂ ਗੁਰੂ ਦੀ ਕਿਰਪਾ ਦੇ ਅਰਦਾਸ ਕਰਦੇ ਹਾਂ, ਫਿਰ ਗੁਰੂ ਦੀ ਕਿਰਪਾ ਹੁੰਦੀ ਹੈ। ਫਿਰ ਅੰਦਰੋਂ ਜਿਨਕਾ ਮੋਹ ਟੁੱਟਾ ਦੀ ਅਵਸਥਾ ਤੇ ਅਸੀਂ ਪਹੁੰਚ ਜਾਂਦੇ ਹਾਂ। ਫਿਰ ਉਸ ਅਵਸਥਾ ਤੇ ਪਹੁੰਚਦੇ ਹਾਂ। ਆਪਣੇ ਜ਼ੋਰ ਨਾਲ, ਆਪਣੇ ਤਾਨ ਨਾਲ, ਆਪਣੇ ਕੀਤੀ ਹੋਈ ਮਿਹਨਤ ਨਾਲ ਕਦੀ ਅੰਦਰੋਂ ਮੋਹ ਨਹੀਂ ਟੁੱਟ ਸਕਦਾ, ਜਦ ਤੱਕ ਪਿਆਰਾ ਪ੍ਰੀਤਮ ਸਾਡੇ ਤੇ ਕਿਰਪਾ ਦੀ ਦਾਤ ਨਹੀਂ ਬਖਸ਼ਦਾ। ਇਸ ਵਾਸਤੇ ਉਹਦੀ ਕਿਰਪਾ ਲਈ, ਉਹਦੀ ਮਿਹਨਤ ਲਈ, ਉਹਦੀ ਬੇਨਤੀਆਂ ਉਹਦੇ ਅੱਗੇ ਕਰਦੇ ਰਹਿਣਾ, ਜੋਦੜੀਆਂ ਕਰਦੇ ਰਹਿਣਾ ਤੇ ਸਤਿਗੁਰੂ ਦੇ ਅੱਗੇ ਤਰਲੇ ਲੈਂਦੇ ਰਹਿਣਾ। ਇਹੋ ਹੀ ਇਹ ਗੁਰੂ ਸਾਡੇ ਸਿੱਖ ਦਾ ਉਪਦੇਸ਼ ਹੈ। ਤੇ ਇਹ ਨਹੀਂ ਹੈ ਵੀ ਅਸੀਂ ਆਪਣੀ ਮਿਹਨਤ ਦੇ ਉੱਤੇ ਹੰਕਾਰ ਕਰੀ ਚਲੀਏ, ਜੇ ਅਸੀਂ ਕਰਾਂਗੇ ਤਾਂ ਮਿਲ ਹੀ ਜਾਏਗਾ। ਨਹੀਂ, ਸਾਡੇ ਕਰਮ ਵਿੱਚ ਹਮੇਸ਼ਾ ਹੰਕਾਰ ਆ ਜਾਂਦਾ ਹੈ। ਬੰਦੇ ਦੀ ਰੁਚੀ ਹੈ, ਸੁਰਤੀ ਹੈ, ਕਿਉਂਕਿ ਹਉਮੈ ਰੋਗ ਮਾਨੁਖ ਦੀਨਾ ਦੀ ਅਵਸਥਾ ਗੁਰੂ ਪਾਤਸ਼ਾਹ ਨੇ ਗੱਲ ਕੀਤੀ ਹੋਈ ਹੈ। ਛੋਟੀ ਛੋਟੀ ਗੱਲ ਦਾ ਅਸੀਂ ਸੂਖਮ ਨਾ ਵੀ ਪਤਾ ਲੱਗੇ, ਸੂਖਸ਼ਮ ਰੂਪ ਵਿੱਚ, ਲੁਕੀ ਛੁਪੀ ਰੂਪ ਵਿੱਚ ਸਾਡੇ ਹਰ ਕਰਮ ਵਿੱਚੋਂ ਫਿਰ ਹਉਮੈ ਪੈਦਾ ਹੋ ਜਾਂਦੀ ਹੈ, ਜਿਹੜੀ ਸਾਨੂੰ ਪਤਾ ਵੀ ਨਹੀਂ ਲੱਗਦੀ। ਇਹ ਇੰਨੀ ਬਰੀਕ ਚੀਜ਼ ਹੈ। ਤੇ ਗੁਰੂ ਪਾਤਸ਼ਾਹ ਨੇ ਸਾਨੂੰ ਇਸੇ ਕਰਕੇ ਕਿਹਾ ਵੀ ਉਹਦੀ ਬਖਸ਼ਿਸ਼ ਦੀ, ਜਿੱਥੇ ਕਰਮ ਕਰਨਾ ਉੱਥੇ ਉਹਦੀ ਬਖਸ਼ਿਸ਼ ਲਈ, ਅਸੀਸ ਲਈ, ਨਦਰ ਕਰਮ ਲਈ ਮੰਗ ਕਰ, ਤਦ ਕਿ ਤੇਰੇ ਅੰਦਰੋਂ ਹੰਕਾਰ ਦਾ ਅਭਾਵ ਹੋ ਕੇ ਗੁਰੂ ਦੀ ਕਿਰਪਾ ਤੇਰੇ ਉੱਤੇ ਹੋ ਜਾਏ। ਤੋ ਇਹ ਅੱਜ ਸਮਰੀ ਹੈ ਜੋ ਅਸੀਂ ਇਹਨਾਂ ਪੌੜੀਆਂ ਦੀ ਵੀਰ ਕੀਰਤਨ ਸਿੰਘ ਜੀ ਨੇ ਸਾਨੂੰ ਬਹੁਤ ਪਿਆਰ ਮਿਹਨਤ ਕਰਕੇ ਸਾਡੇ ਨਾਲ ਸਾਂਝੀ ਕੀਤੀ ਹੈ। ਗੁਰੂ ਕਿਰਪਾ ਕਰੇ ਅਸੀਂ ਵੀ ਮਿਹਨਤ ਕਰਦੇ ਕਰਦੇ ਗੁਰੂ ਅੱਗੇ ਬੇਨਤੀਆਂ ਜੋਦਰੀਆਂ ਕਰੀਏ, ਉਹਦੀ ਨਦਰ ਕਰਮ ਦੇ ਪਾਤਰ ਬਣੀਏ। ਤੇ ਇਹ ਆਨੰਦ ਜਿਹੜਾ ਹੈ, ਜਿਹੜੀ ਖੇਡ ਆਨੰਦ ਸਭ ਕੋ ਕਹੈ ਆਨੰਦ ਗੁਰੂ ਤੇ ਜਾਣਿਆ, ਤੇ ਸਾਡੇ ਗੁਰੂ ਤੋਂ ਹੀ ਮਿਲਣਾ ਤੇ ਗੁਰੂ ਦੀ ਨਜ਼ਰ ਨਾਲ ਹੀ ਮਿਲਣਾ। ਫਿਰ ਦੁਬਾਰਾ ਕਰਦੇ ਹਾਂ ਗੱਲ, ਗੁਰੂ ਦੀ ਨਜ਼ਰ ਨਾਲ ਹੀ ਮਿਲਣਾ ਤੇ ਗੁਰੂ ਦੀ ਨਜ਼ਰ ਦੇ ਪਾਤਰ ਬਣ ਲਈ ਬੇਨਤੀ ਜੋਦਰੀ ਅਰਦਾਸ ਦੋਨੇ ਹੱਥ ਜੋੜ ਕੇ, ਤੂੰ ਠਾਕਰ ਤੂੰ ਪੈ ਅਰਦਾਸ ਦੀ ਉਹ ਜਿਹੜੀ ਅਸੀਂ ਪੌੜੀ ਪੜ੍ਹਦੇ ਹਾਂ ਉਹ ਪੜ੍ਹਦੇ ਹੀ ਰਹਿਣਾ ਚਾਹੀਦਾ ਹੈ ਜੀ। ਭੁੱਲ ਚੁੱਕ ਦੀ ਖਿਮਾ ਜੀ। ਵੀਰ MP ਸਿੰਘ ਜੀ, ਕੁਐਸਚਨ ਜਿਹੜੇ ਹੈ ਕਿਰਪਾ ਕਰਕੇ ਲੈ ਲਓ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਵਾਹਿਗੁਰੂ ਜੀ ਕਾ